ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੁਕੁਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਸਤਿਗੁਰ ਪੂਰੇ ਭਾਣਾ, ਤਾ ਜਪਿਆ ਨਾਮ ਰਮਾਣਾ। ਸਤਿਗੁਰ ਪੂਰੇ ਭਾਣਾ, ਤਾ ਜਪਿਆ ਨਾਮ ਰਮਾਣਾ। ਗੋਬਿੰਦ ਕਿਰਪਾ ਧਾਰੀ, ਰਖ ਰਾਖੀ ਪੈਜ ਸੰਭਾਰੀ। ਹਰਿ ਕੇ ਚਰਨ ਸਦਾ ਸੁਖਦਾਈ, ਜੋ ਇਛ ਹੈ ਸੋਈ ਫਲ ਪਾਵਹਿ। ਬਿਰਥੀ ਆਸ ਨਾ ਜਾਈ, ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ। ਸੋਈ ਸੰਤ ਗੁਣ ਗਾਵੈ, ਪ੍ਰੇਮ ਭਗਤ ਤਾ ਕਾ ਮਨ ਲੀਨਾ। ਪਾਰ ਬ੍ਰਹਮ ਮਨ ਭਾਵੈ, ਆਠ ਪਹਰ ਹਰ ਕਾ ਜਸ ਰਵਣਾ। ਬਿਖੈ ਠਗੌਰੀ ਲਾਥੀ, ਸੰਗ ਮਿਲਾਏ ਲੀਆ ਮੇਰਾ ਕਰਤੈ। ਸੰਤ ਸਾਧ ਭੈ ਸਾਥੀ, ਕਾਰੁ ਗਹਿ ਲੀਨੇ ਸਰਬਸ ਦੀਨੇ। ਆਪੇ ਆਪ ਮਿਲਾਇਆ, ਕਹੁ ਨਾਨਕ ਸਰਬ ਥੋਕ ਪੂਰਨ। ਪੂਰਾ ਸਤਿਗੁਰ ਪਾਇਆ, ਕਰ ਗਹਿ ਲੀਨੇ ਸਰਬਸ ਦੀਨੇ। ਆਪੇ ਆਪ ਮਿਲਾਇਆ, ਕਹੁ ਨਾਨਕ ਸਰਬ ਥੋਕ ਪੂਰਨ। ਪੂਰਾ ਸਤਿਗੁਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ
ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਅੰਦਰ ਚੱਲ ਰਹੀ ਅਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਬੇਅੰਤ ਸੰਗਤਾਂ ਨੇ ਸੇਵਾ ਵਿੱਚ ਹਾਜ਼ਰੀ ਭਰਦਿਆਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਔਰ ਸਤਿਗੁਰੂ ਜੀ ਵੱਲੋਂ ਬਖਸ਼ੇ ਹੋਏ ਮੁੱਖ ਵਾਕ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤੇ ਹਨ। ਔਰ ਚੱਲ ਰਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਜੋ ਲੜੀਵਾਰ ਕਥਾ ਹੈ, ਗਿਆਨੀ ਜੀ ਤੋਂ ਆਪ ਜੀ ਹਮੇਸ਼ਾ ਰੋਜ਼ਾਨਾ ਅੰਮ੍ਰਿਤ ਰੂਪ ਪਾਵਨ ਬਾਣੀ ਦੀ ਵਿਚਾਰ ਔਰ ਪਿਛਲੇ ਪਹਿਰਾਂ ਵਿਖੇ ਗੁਰ ਇਤਿਹਾਸ ਦੀ ਕਥਾ ਅਤੇ ਸਾਰਾ ਦਿਨ ਅੰਮ੍ਰਿਤ ਰੂਪ ਪਾਵਨ ਬਾਣੀ ਦਾ ਕੀਰਤਨ ਸਰਵਣ ਕਰਦੇ ਹੋਏ ਲਾਭ ਪ੍ਰਾਪਤ ਕਰਦੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੀ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਅੰਤ ਨ ਪਾਵਤ ਦੇਵ ਸਭੈ ਮੁਨਿੰਦਰ ਮਹਾ ਸਿਵ ਜੋ ਕਰੀ, ਹੁਣ ਵੇਦ ਬ੍ਰੰਚ ਵਿਚਾਰ ਰਹਿਓ, ਹਰ ਜਾਪ ਨ ਛਾੜਿਓ ਇੱਕ ਕਰੀ, ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸਭ ਸੰਗਤ ਸ੍ਰੇਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਸੋ ਅਰਜਨ ਮਾਹੇ ਧਰੀ। ਕਿਉਂਕਿ ਸਰੀਰ ਬਦਲੇ ਹਨ, ਜੋਤ ਇੱਕੋ ਹੀ ਹੈ। ਜੋਤ ਉਹ ਜੁਗਤ ਸਾਏ ਸਹਿਕਾਇਆ ਫਿਰ ਪਲਟੀਐ। ਸਰੀਰ ਬਦਲਦੇ ਰਹੇ। ਜੋ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਸੀ, ਉਹ ਦਸਾਂ ਸਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਜਾਂ ਪਿਆਰਿਆਂ ਖਾਲਸੇ ਪੰਥ ਵਿੱਚ ਵਿਰਾਟ ਰੂਪ ਵਿੱਚ ਜਰੇ ਜਰੇ ਵਿੱਚ ਵਿਆਪਕ ਹੋ ਰਹੀ ਹੈ। ਹਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ। ਜਿਸ ਤਰ੍ਹਾਂ ਹਜ਼ਾਰਾਂ ਜਾਂ ਬੇਅੰਤ ਘੜੇ ਪਾਣੀ ਨਾਲ ਭਰੇ ਹੋਣ, ਚੰਦਰਮਾ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਸਾਰਿਆਂ ਵਿੱਚ ਪੈ ਰਿਹਾ ਹੈ। ਪਰ ਜੇ ਪਾਣੀ ਸਾਫ਼ ਹੈ ਤੇ ਸਾਫ਼ ਨਜ਼ਰ ਆਉਂਦਾ ਹੈ, ਪਾਣੀ ਮੈਲਾ ਹੈ, ਗੰਧਲਾ ਹੈ ਤੇ ਸਾਫ਼ ਨਜ਼ਰ ਨਹੀਂ ਆਉਂਦਾ। ਉਹ ਪਾਣੀ ਦੇ ਦੋਸ਼ ਕਰਕੇ ਇਸ ਤਰ੍ਹਾਂ ਦੀ ਕਿਰਿਆ ਹੈ। ਜੇ ਪਾਣੀ ਵਿੱਚ ਲਹਿਰਾਂ ਹਨ, ਹਿੱਲਦਾ ਨਜ਼ਰ ਆਏਗਾ। ਅਤੇ ਜਿਹੜਾ ਚੰਦਰਮਾ ਹੈ ਉਹ ਤਾਂ ਸਾਫ਼ ਹੀ ਹੈ, ਪਰ ਉਹ ਪਾਣੀ ਜਿਹੋ ਜਿਹਾ ਇਸ ਤਰ੍ਹਾਂ ਸਾਡੇ ਸਰੀਰਾਂ ਰੂਪੀ ਘੜੇ ਹੈ। ਇਹ ਅੰਤਸ਼ਕਰਨ ਰੂਪੀ ਜਿਹੜਾ ਪਰਾ ਰੱਬ ਦਾ ਜਲ ਹੈ, ਉਹ ਹੁਣ ਸਾਡੇ ਕਰਮ ਕਿਹੋ ਜਿਹੇ ਆ, ਜਿਨ੍ਹਾਂ ਦੇ ਤਾਂ ਅੰਤਸ਼ਕਰਨ ਸ਼ੋਧਿਆ, ਉਹਨਾਂ ਨੂੰ ਤਾਂ ਸਾਫ਼ ਆਤਮਾ ਪਰਮਾਤਮਾ ਜੋਤੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਜਿਨ੍ਹਾਂ ਦੇ ਹਿਰਦੇ ਮੈਲੇ ਆ, ਉਹਨਾਂ ਨੂੰ ਇਸ ਤਰ੍ਹਾਂ ਘਸਮੈਲਾ ਜਿਹਾ ਨਜ਼ਰ ਆਏਗਾ। ਕਈਆਂ ਦੀ ਬੁੱਧੀ ਦਾ ਪੱਥਰ ਹੀ ਬਣ ਗਈ ਹੈ। ਚੰਦਰਮਾ ਦਾ ਪ੍ਰਤੀਬਿੰਬ ਜਾਂ ਸੂਰਜ ਦਾ ਸ਼ੀਸ਼ੇ 'ਤੇ ਪਏਗਾ ਅਤੇ ਸਾਨੂੰ ਉਹ ਸ਼ੀਸ਼ਾ ਆਪਣਾ ਚਿਹਰਾ ਦਿਖਾਏਗਾ। ਜੇ ਸ਼ੀਸ਼ਾ ਧੁੰਦਲਾ ਹੈ, ਚਿਹਰਾ ਵੀ ਸਾਫ਼ ਨਜ਼ਰ ਨਹੀਂ ਆਏਗਾ। ਸ਼ੀਸ਼ਾ ਪਾਰਦਰਸ਼ੀ ਹੈ, ਉਹ ਲਾਈਟ ਪਾਰ ਨਿਕਲ ਜਾਂਦੀ ਹੈ। ਜੇ ਪਾਰਾ ਲੱਗਿਆ ਹੈ ਪਿੱਛੇ, ਫਿਰ ਉਹ ਚਿਹਰਾ ਦਿਖਾਉਂਦਾ ਹੈ। ਇਸੇ ਤਰ੍ਹਾਂ ਪੱਥਰ ਹੈ, ਉਹਦੇ 'ਤੇ ਵੀ ਸੂਰਜ ਦਾ ਪ੍ਰਤੀਬਿੰਬ ਪੈਂਦਾ, ਜਾਂ ਕੋਈ ਕਾਲੀ ਵਸਤੂ ਹੈ
ਪ੍ਰਤੀਬਿੰਬ ਵਿੱਚ ਕੋਈ ਦੋਸ਼ ਨਹੀਂ, ਉਹ ਲਾਈਟ ਵਾਪਸ ਲੌਟ ਜਾਂਦੀ ਹੈ। ਕਈਆਂ ਦੇ ਹਿਰਦੇ ਇਤਨੇ ਮੈਲੇ ਹੋ ਗਏ ਆ, ਆਤਮਾ ਪਰਮਾਤਮਾ ਜੋਤੀ ਦਾ ਅਕਸ ਜਾਂ ਪ੍ਰਤੀਬਿੰਬ ਸਾਰਿਆਂ ਦੇ ਇਕਸਾਰ ਹੈ। ਹਿਰਦੇ ਇੰਨੇ ਮੈਲੇ ਆ, ਉਹ ਕਹਿੰਦੇ ਰੱਬ ਹੈ ਹੀ ਨਹੀਂ, ਹੋਂਦ ਤੋਂ ਮੁਨਕਰ ਹੋ ਗਿਆ। ਰੱਬ ਤੇ ਹੈ, ਪਰ ਉਹ ਦੇਖਣ ਵਾਲੀ ਕਿਰਿਆ ਹੈ ਨਹੀਂ। ਉਹ ਪੰਜਾਬੀ ਦੀ ਕਹਾਵਤ ਹੈ ਨਾ ਕਿ ਤੇਰੀ ਦੇਖਣ ਵਾਲੀ ਅੱਖ ਨਹੀਂ। ਨਾਨਕ ਸੇ ਅਖੜੀਆਂ ਬਿਆਨ ਜਿਨ੍ਹਾਂ ਡਸੰਦੋ ਮਾਂ ਪੀਰੀ। ਬਾਬਾ ਮੰਝ ਸਾਹਿਬ ਵਰਗੇ ਵੀ ਗੁਰਸਿੱਖ ਹੈ। ਭਾਈ ਜੇਠਾ ਪੁਰਾਣਾ, ਬਿਧੀ ਚੰਦ ਪੈੜਾ ਲੌਂਗਾ, ਭਾਈ ਬਹਿਲੋ ਸਾਲੋ ਆਦਿਕ, ਬਾਬਾ ਬੁੱਢਾ ਸਾਹਿਬ ਜੀ, ਬੇਅੰਤ ਗੁਰਸਿੱਖ ਬਿਅੰਕ ਮਾਈ ਭਾਈ, ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਧੰਨ ਗੁਰੂ ਨਾਨਕ ਸਾਹਿਬ ਦਾ ਸਰੂਪ ਜਾਣਿਆ। ਹੁਣ ਚੰਦੂ ਵਰਗੇ ਸੀ ਆ ਨਾਲ ਹੀ, ਜਿੱਥੇ ਮਹਾਰਾਜ ਗ੍ਰਿਫਤਾਰ ਕਰਕੇ ਲਿਆ, ਚੰਦੂ ਨਿਸ਼ਾਨੀ ਵਜੋਂ ਅਸਥਾਨ ਹੈ। ਜੋ ਤਤੀਆਂ ਤਵੀਆਂ 'ਤੇ ਬਹਾਉਂਦੇ ਹਨ, ਰੇਤ ਪਾਉਂਦੇ ਹਨ ਉਬਲਦੀਆਂ ਦੇਗਾਂ ਵਿੱਚ, ਬੁੱਧੀ ਦੇ ਉੱਤੇ ਇੰਨਾ ਪੜਦਾ ਪਿਆ ਹੋਇਆ। ਗੁਰੂ ਅਰਜਨ ਸਾਹਿਬ ਸੰਗਤਾਂ ਵਾਸਤੇ ਵੀ ਉਹੋ ਹੀ ਹੈ, ਉਹਨਾਂ ਵਾਸਤੇ ਵੀ ਉਹੋ ਹੀ ਹੈ। ਉਹ ਦ੍ਰਿਸ਼ਟੀ ਇੰਨੀ ਮੈਲੀ ਹੋ ਗਈ ਹੈ, ਨੇਤਰਾਂ ਨੂੰ ਜਿਹੋ ਜਿਹਾ ਐਨਕ ਲਾਉਂਦਾ ਹੈ ਉਹੋ ਜਿਹਾ ਦਿਸਦਾ। ਪੀਲੀ ਹੈ ਤਾਂ ਪੀਲਾ ਹੀ ਨਜ਼ਰ ਆਏਗਾ, ਹਰਾ ਸ਼ੀਸ਼ਾ ਹਰਾ ਨਜ਼ਰ ਆਏਗਾ, ਸਫੇਦ ਆ ਸਫੇਦ ਆਏਗਾ। ਜੇ ਕਾਲਾ ਤਾਂ ਸਫੇਦ ਚੀਜ਼ਾਂ ਵੀ ਕਾਲੀਆਂ ਨਜ਼ਰ ਆਉਂਦੀਆਂ। ਉਹਨਾਂ ਦੀ ਬੁੱਧੀ ਇੰਨੀ ਮਲੀਨ ਹੋ ਜਾਂਦੀ ਹੈ, ਕਿਉਂਕਿ ਅੰਤਿਸ਼ਕਰਨ ਦੇ ਇਹ 3 ਦੋਸ਼ ਮੰਨੇ ਆ। ਇੱਕ ਤਾਂ ਮਲ ਦੋਸ਼ ਹੈ, ਬਹੁਤ ਪਾਪ ਹੋਣ, ਬਿਲਕੁਲ ਮਲੀਨਤਾ ਆ ਜਾਣੀ। ਇੱਕ ਬਖੇਪ ਆ, ਮਨ ਚੰਚਲ ਰਹਿਣਾ, ਕਿਤੇ ਯਕੀਨ ਆ ਵੀ ਗਿਆ, ਕਿਤੇ ਬੇਯਕੀਨੇ ਜਿਹਾ ਹੋ ਗਿਆ, ਟਿਕਾ ਨਹੀਂ। ਇੱਕ ਆਵਰਣ ਆ, ਬੁੱਧੀ 'ਤੇ ਪਰਦਾ ਪਿਆ ਆ, ਸਮਝ ਹੀ ਨਹੀਂ ਆਉਂਦੀ। ਹੁਣ ਜਦੋਂ ਇਨਸਾਨ ਨਿਸ਼ਕਾਮ ਹੋ ਕੇ ਕੋਈ ਸੇਵਾ ਕਰਦਾ, ਇਹ ਪਾਪਾਂ ਦੀ ਮੈਲ ਦਾ ਦੋਸ਼ ਦੂਰ ਹੁੰਦਾ ਹੈ। ਇਸ ਕਰਕੇ ਮਹਾਰਾਜ ਨੇ ਆਪਣੇ ਘਰ ਵਿੱਚ ਸੇਵਾ ਨੂੰ ਬੜੀ ਮਹਾਨਤਾ ਬਖਸ਼ਿਸ਼ ਕੀਤੀ। ਨਗਰ ਵਸਾਏ, ਸਰੋਵਰ ਲਾਏ, ਇਹ ਸੇਵਾ ਦੇ ਕੁੰਭ ਸੀ ਨਾ। ਗੁਰੂ ਘਰਾਂ ਦੀ ਸੇਵਾ ਕੀਤੀ ਕਰਾਈ, ਲੰਗਰਾਂ ਦੀ ਸੇਵਾ, ਦੀਵਾਨਾਂ ਦੀ, ਕਥਾ ਕੀਰਤਨ ਦੀ, ਝਾੜੂ ਜੋੜੇ, ਭਾਂਡੇ ਮਾਂਜਣੇ, ਪੋਚਾ ਲਾਉਣਾ, ਇਸ਼ਨਾਨ ਆਦਿਕ, ਕਿੰਨੇ ਪ੍ਰਕਾਰ ਦੀਆਂ ਸੇਵਾ ਆ। ਇਹ ਮਨ ਦੀ ਸ਼ੁੱਧੀ ਵਾਸਤੇ ਸੀ। ਇਸ ਤਰ੍ਹਾਂ ਜਿਹੜੀ ਬਖੇਪ ਚੰਚਲਤਾ, ਉਹਦੇ ਵਾਸਤੇ ਕਥਾ ਕੀਰਤਨ, ਨਾਮ ਬਾਣੀ ਦਾ ਅਭਿਆਸ, ਗੁਰ ਸ਼ਬਦ ਦਾ, ਬਾਣੀ ਦੀ ਵਿਚਾਰ, ਜਿਹੜਾ ਬੁੱਧੀ 'ਤੇ ਪਰਦਾ ਆ ਦੂਰ ਕਰਨ ਵਾਸਤੇ ਗਿਆਨ ਕਾਂਡ ਵੀ ਰੱਖਿਆ। ਕਿਉਂ ਵਿਚਾਰ ਸੁਣਾਂਗੇ ਫਿਰ ਸ਼ੰਕਿਆਂ ਦੀ ਨਿਵਰਤੀ ਹੁੰਦੀ ਹੈ ਅਤੇ ਮਨ ਸਾਫ਼ ਹੋ ਜਾਂਦਾ ਹੈ। ਸ਼ੰਕਾ ਜਿਹੜਾ ਹੈ ਉਹ ਮਨ ਨੂੰ ਟਿਕਾ ਵਿੱਚ ਰਹਿਣ ਨਹੀਂ ਦਿੰਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਆਪਣੇ ਘਰ ਵਿੱਚ ਸਾਰੇ ਪਕਸ਼ ਰੱਖੇ ਆ। ਫਿਰ 6ਵੇਂ ਪਾਤਸ਼ਾਹ ਜੀ ਨੇ ਇੱਕ ਪਕਸ਼ ਹੋਰ ਵੀ ਜੋੜਿਆ ਕਿ ਗਊ ਗਰੀਬ ਦੀ ਰੱਖਿਆ, ਜਰਵਾਣੇ ਦੀ ਭਖਿਆ ਵਾਸਤੇ, ਆਪਣਾ ਦੇਸ਼ ਕੌਮ ਸਵੈਮਾਨ ਉੱਚਾ ਰੱਖਣ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਸੋ ਇਸ ਵਾਸਤੇ ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਘਰ ਹੈ। ਅਤੇ 10ਵੇਂ ਪਾਤਸ਼ਾਹ ਜੀ ਨੇ ਉਸੇ ਚੀਜ਼ ਨੂੰ ਖਾਲਸੇ ਦੀ ਸਿਰਜਣਾ ਕਰਕੇ ਸਦੀਵੀ
ਰਹਿਤ ਮਰਜ਼ਾਦਾ ਕਰੇ ਤਾਂ ਇਹ ਸਾਰਾ ਹੀ ਵਿਚਾਰ ਬਖਸ਼ਿਸ਼ ਕੀਤਾ। ਅੱਜ ਅਸੀਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਸੱਜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਆਗਮਨ ਅੰਮ੍ਰਿਤਸਰ ਸਾਹਿਬ ਕਿੰਨੀ ਕਿਰਪਾ ਕੀਤੀ, ਤਰਨ ਤਾਰਨ ਕਿੰਨੀ ਕਿਰਪਾ ਕੀਤੀ, ਕਰਤਾਰਪੁਰ ਸਾਹਿਬ ਸਾਰੇ ਵਿਸ਼ਵ 'ਤੇ ਕਿੰਨੀ ਕਿਰਪਾ ਕਰਕੇ ਗਏ ਆ। ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਅਵਤਾਰਨ ਆ ਇਹ 1620 ਸੰਮਤ ਵਿਸਾਖ ਵਦੀ ਸਪਤਮੀ ਦਿਨ ਮੰਗਲਵਾਰ 14 ਅਪ੍ਰੈਲ 1563 ਈਸਵੀ ਅਤੇ ਨਛੱਤਰ ਹੁੰਦੇ 27, ਉਹਨਾਂ 'ਚੋਂ ਰੋਹਿਣੀ ਨਛੱਤਰ ਆ। ਜੋਤਸ਼ੀਆਂ ਦੇ ਹਿਸਾਬ ਨਾਲ ਉਦੋਂ ਜਨਮ ਕੁੰਡਲੀਆਂ ਵਗੈਰਾ ਬਣਾਉਂਦੇ ਸੀ। ਸੋ ਇਸ ਵਾਸਤੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਔਰ ਧੰਨ ਧੰਨ ਮਾਤਾ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ। ਅੱਜ ਵੀ ਉਹ ਮਹਾਰਾਜ ਦਾ ਜਨਮ ਸਥਾਨ ਹੈ ਕਿ ਜਿੱਥੇ ਬਾਲ ਲੀਲਾ ਕਰਦੇ ਰਹੇ। ਗੋਇੰਦਵਾਲ ਉਹ ਪੀਲ ਪਾਵਾ ਵੀ ਹੈ ਜਿੱਥੇ ਬੀਬੀ ਭਾਨੀ ਜੀ ਲੰਗਰ ਚੁੱਲ੍ਹੇ ਦੀ ਨਿਸ਼ਾਨੀ ਵੀ ਹੈ। ਉਹ ਖੂਹੀ ਵੀ ਹੈ ਜਿੱਥੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਇਸ਼ਨਾਨ ਲੰਗਰ ਵਗੈਰਾ ਸੇਵਾ ਲਈ ਜਲ ਵਗੈਰਾ ਵਰਤਦੇ ਸੀ। ਇਹ ਵੀ ਹੈ। ਸੋ ਇਸ ਵਾਸਤੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀਆਂ ਆਗਿਆ ਸਮਨੀ ਸਾਹਿਬ ਸੇਵਾ ਆਗਿਆ ਦਾ ਪਾਲਣ ਕਰਕੇ ਪੂਰੀਆਂ ਖੁਸ਼ੀਆਂ ਲਈਆਂ। ਜਦੋਂ ਲਾਹੌਰ ਤਾਏ ਸਹਾਰੀ ਮਲ ਦੇ ਲੜਕੇ ਦੀ ਸ਼ਾਦੀ ਸੀ, ਪਾਤਸ਼ਾਹ ਨੂੰ ਬੇਨਤੀ ਕੀਤੀ, ਬਾਬਾ ਪ੍ਰਿਥੀ ਚੰਦ ਜੀ ਨੂੰ ਕਿਹਾ। ਉਹ ਕਹਿਣ ਲੱਗੇ ਮੇਰੇ ਬਿਨਾਂ ਤਾਂ ਕੋਈ ਕਾਰੋਬਾਰ ਹੀ ਨਹੀਂ ਚੱਲਦਾ। ਫਿਰ ਬਾਬਾ ਮਹਾਦੇਵ ਨੂੰ ਕਹਿੰਦੇ ਮੈਨੂੰ ਦੁਨੀਆ ਦੇ ਨਾਲ ਬਹੁਤਾ ਮੇਲ ਮਿਲਾਪ ਰੱਖਣ ਦੀ ਸੋਝੀ ਘੱਟ ਆ। ਧੰਨ ਗੁਰੂ ਅਰਜਨ ਸਾਹਿਬ ਨੂੰ ਹੁਕਮ ਸੱਤ ਕਰਕੇ ਗਏ। ਨਾਲ ਹੁਕਮ ਸੀ ਵੀ ਜਿੰਨਾ ਚਿਰ ਬੁਲਾਈਏ ਨਾ ਆਉਣਾ ਨਹੀਂ। ਸਾਲ ਬੀਤ ਗਿਆ, ਹੈਜੇ ਦੀ ਬਿਮਾਰੀ ਪਈ, ਰੋਗੀਆਂ ਦਾ ਇਲਾਜ ਕਰਦੇ ਰਹੇ। ਜਿਹੜੇ ਮ੍ਰਿਤਕ ਹੋਏ ਉਹਨਾਂ ਦੀ ਰਹੁ ਰੀਤੀ ਨਾਲ ਉਹਨਾਂ ਦੀ ਵੀ ਕਿਰਿਆ, ਬੌਲੀ ਸਾਹਿਬ ਦੀ ਸੇਵਾ, ਧਰਮਸ਼ਾਲਾ, ਕਥਾ ਕੀਰਤਨ, ਮਰਜ਼ਾਦਾ, ਬਿਆੰਕ ਸੰਗਤਾਂ ਦਾ ਭਲਾ ਕੀਤਾ। ਜਦੋਂ ਬਹੁਤਾ ਬਰਾਗ ਹੋਇਆ ਅਤੇ ਮਾਝ ਰਾਗ ਵਿੱਚ ਜੋ ਸ਼ਬਦ ਹਜ਼ਾਰਾਂ ਦਾ ਪਹਿਲਾ ਸ਼ਬਦ ਆ, 2 ਬੰਦ ਲਿਖ ਕੇ ਭੇਜੇ। ਪਰ ਉਹ ਪ੍ਰਿਥੀ ਚੰਦ ਜੀ ਲੈਂਦੇ ਰਹੇ, ਗੁਰੂ ਸਾਹਿਬ ਨੂੰ ਪਹੁੰਚਾਇਆ ਨਾ। ਫਿਰ ਤੀਸਰਾ ਬੰਦ ਭੇਜਿਆ ਵੀ ਮਹਾਰਾਜ ਦੇ ਹੱਥੇ ਹੀ ਫੜਾਉਣਾ। ਪਹਿਲਾ ਸੀ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ, ਦੂਜਾ ਤੇਰਾ ਮੁਖ ਸੁਹਾਵਾ ਜੀਓ, ਤੀਜਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਅਤੇ ਅੰਕ ਪਾਇਆ ਹੋਇਆ ਸੀ। ਮਹਾਰਾਜ ਪ੍ਰਿਥੀ ਚੰਦ ਨੂੰ ਕਹਿਣ ਲੱਗੇ ਵੀ 2 ਪਹਿਲੇ ਬੰਦ ਕਿੱਥੇ ਹੈ? ਮੁਕਰ ਗਿਆ। ਮਹਾਰਾਜ ਜਾਣੀ ਜਾਣ, ਕੋਟ ਮੰਗਾਇਆ ਤੂੰ ਉਹਦੇ 'ਚੋਂ ਲਿਖਤ ਮਿਲ ਗਈ। ਕਹਿੰਦੇ ਤੁਸੀਂ ਮੇਰੇ ਤੋਂ ਛੋਟੇ ਨਾਲ ਪਿਆਰ ਜ਼ਿਆਦਾ ਕਰਦੇ ਆ। ਫਿਰ ਬਾਬਾ ਬੁੱਢਾ ਸਾਹਿਬ ਨੂੰ ਭੇਜ ਕੇ ਬੁਲਾਇਆ। ਕਹਿਣ ਲੱਗੇ ਲੈ ਵੀ ਜੇ ਤੂੰ ਗੱਦੀ ਲੈਣੀ ਆ, ਚੌਥਾ ਬੰਦ ਤੂੰ ਪੂਰਾ ਕਰ ਦੇ। ਉਹਨੇ ਤਾਂ 3 ਲਿਖ ਦਿੱਤੇ ਆ। ਹੁਣ ਜਿਹੜੀ ਗੱਲ ਉਹਨੇ ਕਹੀ ਆ ਉਹ ਤਾਂ ਮੈਂ ਮਹਾਰਾਜ ਦੀ ਤਾਬਿਆ ਦੱਸ ਨਹੀਂ ਸਕਦਾ, ਜੋ ਪ੍ਰਿਥੀ ਚੰਦ ਨੇ ਆਚਾਰਿਆ ਸੀ। ਪਰ ਜਿਹੜੇ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਹੁਕਮ ਹੋਇਆ ਅਤੇ ਫਿਰ ਆਪ ਜੀ ਨੇ ਕਿਰਪਾ ਕੀਤੀ ਨਾ, ਭਾਗ ਹੋਆ ਗੁਰ ਸੰਤ ਮਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ। ਫਿਰ ਮਹਾਰਾਜ ਨੇ ਪ੍ਰਸੰਨ ਹੋ ਕੇ 4 ਪ੍ਰਕਰਮਾਂ ਕੀਤੀਆਂ, 5 ਪਹਿਰ ਨਾਲੇਰ ਰੱਖ ਕੇ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਗੁਰਤਾ ਗੱਦੀ ਦਾ ਤਿਲਕ ਬਖਸ਼ਿਸ਼ ਕੀਤਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਚੌਥੇ ਦਿਨ ਬਾਅਦ ਜੋਤੀ ਜੋਤ ਸਮਾ ਗਏ। ਫਿਰ ਸਮੇਂ ਨਾਲ ਮਹਾਰਾਜ ਦਾ 22 ਹਾੜ 1646 ਬਿਕਰਮੀ ਮੌ ਪਿੰਡ ਵਿੱਚ, ਅਤੇ ਮਹਾਰਾਜ ਦੇ ਜੋ ਰਿਸ਼ਤੇਦਾਰ ਬਾਬਾ ਕ੍ਰਿਸ਼ਨ ਚੰਦ, ਮਾਤਾ ਧਨਵੰਤੀ, ਉਹਨਾਂ ਦੇ ਹੋਣਹਾਰ ਸਾਹਿਬਜ਼ਾਦੀ ਮਾਤਾ ਗੰਗਾ ਜੀ ਦੇ ਨਾਲ ਆਪ ਜੀ ਦੀ
ਸ਼ਾਦੀ ਹੋਈ ਔਰ 1638 ਬਿਕਰਮੀ ਭਾਦੋਂ ਸੁਦੀ ਦੂਜ ਨੂੰ ਇਹ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਔਰ ਇਸੇ ਤਰ੍ਹਾਂ 1652 ਵਿੱਚ ਛੇਵੇਂ ਪਾਤਸ਼ਾਹ ਜੀ ਦਾ ਅਵਤਰਨ ਹੋਇਆ ਹੈ। ਸੋ ਅਤੇ ਮਹਾਰਾਜ ਨੇ ਕੁਝ ਸ਼ਹਿਰਾਂ ਦੀ ਰਚਨਾ ਕੀਤੀ ਹੈ, ਕਿਰਪਾ ਕੀਤੀ ਹੈ। ਜਿੱਥੇ ਆਪ ਜੀ ਸਜੇ ਬੈਠੇ ਹੈ, ਇਸ ਨਗਰ ਦੀ ਰਚਨਾ ਪਾਤਸ਼ਾਹ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। 17 ਵਿਸਾਖ 1647 ਵਿੱਚ ਸਰੋਵਰ ਜਿਹੜਾ ਸੀ ਆਰੰਭ ਕਰਾਇਆ ਅਤੇ 1653 ਵਿੱਚ ਜਿਹੜਾ ਨਗਰ ਆ ਇਹ ਕਿਰਪਾ ਕੀਤੀ ਹੈ। ਅਤੇ 21 ਮਘਰ 1651 ਸੰਮਤ 'ਚ ਕਰਤਾਰਪੁਰ ਜਿਹੜਾ ਦੁਆਬੇ ਵਾਲਾ ਇਹਦੀ ਮੋੜੀ ਗੱਡੀ ਹੈ। ਇੱਥੇ ਜਿਹੜੇ ਹੁਣ ਇੱਟਾਂ ਦੇ ਪੰਜਾਬੇ ਲਾਏ ਸੀ, ਸਰੋਵਰ ਆਪਣਾ ਬਹੁਤ ਵੱਡਾ ਹਨ। ਅਤੇ ਫਿਰ ਜਿਹੜਾ ਨੂਰਦੀਨ ਦਾ ਪੁੱਤ ਅਮੀਨਦੀਨ ਸੀ, ਇਹ ਇੱਟਾਂ ਧੱਕੇ ਨੇ ਚੱਕ ਕੇ ਲੈ ਗਿਆ। ਫਿਰ ਮਹਾਰਾਜ ਨੂੰ ਬੇਨਤੀ ਕੀਤੀ, ਕਹਿੰਦੇ ਕੋਈ ਨਹੀਂ, ਸਾਡੇ ਖਾਲਸੇ ਇਹ ਸਾਰੀਆਂ ਇੱਥੇ ਲਾਉਣਗੇ। ਇਹ ਸੰਮਤ ਫਿਰ 1823 ਬਿਕਰਮੀ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਉਹ ਸਾਰੀਆਂ ਇੱਟਾਂ ਅਧੇੜ ਕੇ ਇਹ ਸਰੋਵਰ ਦੀਆਂ ਜਿਹੜੀਆਂ ਬਾਹੀਆਂ ਸੀ ਇਹ ਸਾਧ ਸੰਗਤ ਜੀ ਪੱਕੀਆਂ ਕਰਾਈਆਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਕੁੱਲ ਸਰੀਰਕ ਉਮਰ ਆ 42 ਸਾਲ 1 ਮਹੀਨਾ 27 ਦਿਨ ਆ। ਗੱਦੀ 'ਤੇ ਆਪ ਜੀ ਨੇ ਕਿਰਪਾ ਕੀਤੀ 24 ਸਾਲ 9 ਮਹੀਨੇ ਅਤੇ 2 ਦਿਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬਹੁਤ ਵੱਡਾ ਇਤਿਹਾਸ ਹੈ। ਅਤੇ 1631 ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਤਿਆਰ ਕਰਕੇ ਸੰਤਾਂ ਭਗਤਾਂ ਦੀ ਬਾਣੀ, ਗੁਰੂ ਸਾਹਿਬਾਂ ਦੀ ਬਾਣੀ ਰਾਮਸਰ ਸਾਹਿਬ ਕਿਰਪਾ ਕੀਤੀ, ਭਾਈ ਗੁਰਦਾਸ ਸਿੰਘ ਨੂੰ ਲਿਖਣ ਦੀ ਸੇਵਾ ਦਿੱਤੀ। ਅਤੇ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਸੇਵਾ 'ਤੇ ਨਿਯੁਕਤ ਕੀਤਾ, ਪ੍ਰਕਾਸ਼ ਦੀ ਸੇਵਾ, ਸੁਖਾਸਣ ਦੀ, ਅਤੇ ਆਪ ਸਰੰਦਾ ਫੜ ਕੇ ਕੀਰਤਨ ਕਰਨਾ, ਇਹ ਬਖਸ਼ਾਂ ਕੀਤੀਆਂ। ਉਹ ਅੱਜ ਅਸੀਂ ਜੋ 14 ਦਾ ਦਿਵਸ ਹੈ, ਅਤੇ ਅੱਜ ਕੱਲ੍ਹ ਬਹੁਤ ਸਾਰੇ ਐਸੇ ਲੋਕ ਆ, ਉਹ ਕੋਈ ਮੱਸਿਆ, ਕੋਈ ਸੰਗਰਾਂਦ, ਕੋਈ ਪੁੰਨਿਆ ਜਾਂ ਗੁਰਪੁਰਬਾਂ ਦੀ ਆਲੋਚਨਾ ਕਰਦੇ ਆ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ ਸੰਗਤਾਂ ਦੇ ਭਲੇ ਵਾਸਤੇ ਹਰ ਸਥਾਨ ਦੇ ਉੱਤੇ ਕਿਸੇ ਨਾ ਕਿਸੇ ਦਿਨ ਦੇ ਉੱਤੇ, ਵੈਸੇ ਤਾਂ ਰੋਜ਼ਾਨੇ ਬਖਸ਼ਾਂ ਹੁੰਦੀਆਂ, ਪਰ ਵਿਸ਼ੇਸ਼ ਦਿਨ ਵੀ ਰੱਖੇ ਹੋਏ ਆ। ਜਿਵੇਂ ਹੁਣ ਮਹਾਰਾਜ ਆਪ ਸੱਚੇ ਪਾਤਸ਼ਾਹ ਜਦੋਂ ਸਰਗੁਣ ਸਰੂਪ ਕਰ ਦਰਸ਼ਨ ਬਖਸ਼ਦੇ ਸੀ, ਅਤੇ ਜਦੋਂ ਦਰਸ਼ਨੀ ਦੁਆਰ ਰਾਹੀਂ ਆਉਂਦੇ ਸੀ ਅਤੇ ਰੋਗੀ ਕਤਾਰਾਂ ਬੰਨ੍ਹ ਕੇ ਦੁਆਲੇ ਬੈਠੇ ਹੁੰਦੇ ਸੀ, ਜਿਹਦੇ ਉੱਪਰ ਮਹਾਰਾਜ ਦਿਵ ਦ੍ਰਿਸ਼ਟੀ ਕਰਦੇ ਸੀ, ਉਹਦਾ ਰੋਗ ਦੂਰ ਹੁੰਦਾ ਸੀ। ਖਾਸ ਕਰਕੇ ਜਿਹੜੇ ਕੁਸ਼ਟ ਦੇ ਰੋਗਾਂ ਵਾਲੇ ਸੀ, ਉਹ ਵੀ ਮਹਾਰਾਜ ਦੀ ਸ਼ਰਨ ਲੈਂਦੇ ਸੀ, ਕਿਉਂਕਿ ਮਹਾਰਾਜ ਨੇ ਜਿੱਥੇ ਨਗਰ ਵਸਾ ਕੇ ਬੇਅੰਤ ਸੰਗਤਾਂ 'ਤੇ ਕਿਰਪਾ ਕੀਤੀ, ਉੱਥੇ ਕੋੜਿਆਂ ਵਾਸਤੇ ਵੀ ਮਹਾਰਾਜ ਨੇ ਬਸਤੀ ਵਸਾਈ। ਉਹਨਾਂ ਦਾ ਦਿਲ ਨਾ ਦੁਖੇ, ਉਸ ਬਸਤੀ ਦਾ ਨਾਂ ਰੱਖਿਆ ਨਿਮਾਣਿਆਂ ਦੀ ਬਸਤੀ। ਇਹ ਨਹੀਂ ਵੀ ਕੋੜਿਆਂ ਦਾ ਮਹੱਲਾ, ਇਹ ਨਹੀਂ ਕਿਹਾ, ਨਿਮਾਣਿਆਂ ਦੀ ਬਸਤੀ। ਅਤੇ ਜਦੋਂ ਮਹਾਰਾਜ ਫਿਰ ਸ਼ਹੀਦੀ ਦੇਣ ਵਾਸਤੇ ਗਏ ਹੈ ਲਾਹੌਰ, ਅਤੇ ਸਾਧ ਸੰਗਤ ਜੀ ਉਸ ਵੇਲੇ ਫਿਰ ਇਹ ਲੋਕ ਰੋਂਦੇ ਆ ਵੀ ਮਹਾਰਾਜ ਹੁਣ ਕਿਵੇਂ ਹੋਏਗਾ। ਪਾਤਸ਼ਾਹ ਕਹਿਣ ਲੱਗੇ, ਜਿਹੜਾ ਵੀ 12 ਆਪਣੇ 14 ਅਤੇ ਸ਼੍ਰੀ ਤਰਨ ਤਾਰਨ ਸਾਹਿਬ, ਅਤੇ ਜਿਹੜਾ 12 ਅਮਾਵਸ ਸ੍ਰੀ ਅੰਮ੍ਰਿਤਸਰ ਦੁੱਖ ਭੰਜਨੀ ਨਹਾਏਗਾ, ਉਹਦਾ ਕੋੜ ਦੂਰ ਹੋਏਗਾ। ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਗੋਇੰਦਵਾਲ ਪੁੰਨਿਆਂ ਦਾ ਹੈ, ਗੁਰੂ ਕੇ ਲਾਹੌਰ ਸਾਹਿਬ ਦੂਖ ਨਿਵਾਰਨ ਪਟਿਆਲੇ ਬਸੰਤ ਪੰਚਮੀ ਦਾ ਹੈ। ਹੁਣ ਤੁਸੀਂ ਉੱਥੇ ਮਾਲੜੀ ਸਾਹਿਬ ਚਲੇ ਜਾਓ, ਉੱਥੇ ਜਿਹੜਾ 7 ਸ਼ਨਿਚਰ ਚੌਂਕੀਆਂ ਭਰਦਾ, ਉਹਦੀਆਂ ਦਰਦਾਂ ਹਟਦੀਆਂ ਹਨ। ਹੁਣ ਸ਼ਾਰਟਾ ਸਾਹਿਬ ਹੈ, ਜਿਨ੍ਹਾਂ ਨੂੰ ਅਠਾਹ ਦੀਆਂ ਬਿਮਾਰੀਆਂ, ਬੱਚੇ ਅਠਾਹ ਦੀ ਬਿਮਾਰੀ ਨਾਲ ਜਾਂਦੇ ਆ,
ਉਹ ਦੇਵੀਆਂ ਉੱਥੇ ਨਹਾਉਂਦੀਆਂ, ਉਹਨਾਂ ਦਾ ਇਹ ਰੋਗ ਹਟਦਾ। ਔਰ ਇਸੇ ਤਰ੍ਹਾਂ ਛੇਹਰਟਾ ਸਾਹਿਬ ਵੀ ਐਸੀ ਕਿਰਪਾ ਹੈ। ਬਾਬਾ ਬੁੱਢਾ ਸਾਹਿਬ ਦੇ ਅੱਜ ਵੀ ਲੋਕ ਗੰਢਾਂ ਮਿੱਸੀਆਂ ਰੋਟੀਆਂ ਲੈ ਲੈ ਜਾਂਦੇ, ਜਿਹੜੀ ਮਹਾਰਾਜ ਮਾਤਾ ਗੰਗਾ ਜੀ ਨੂੰ ਸਮੱਤ ਦੇ ਗਏ 6ਵੇਂ ਪਾਤਸ਼ਾਹ ਦੇ ਅਵਤਾਰ ਲਈ। ਅੱਜ ਵੀ ਸੰਗਤਾਂ ਦੀਆਂ ਭਾਵਨਾ ਪੂਰੀਆਂ ਹੋ ਰਹੀਆਂ। ਹੋਰ ਵੀ ਇਸ ਤਰ੍ਹਾਂ ਬੇਅੰਤ ਅਸਥਾਨ ਮਹਾਰਾਜ ਨੇ। ਹੁਣ ਦੇਖੋ ਦਮਦਮਾ ਸਾਹਿਬ ਆ, ਜਿਨ੍ਹਾਂ ਨੂੰ ਪੜ੍ਹਨ ਨਹੀਂ ਆਉਂਦਾ ਉਹ ਲਿਖਣ ਸਾਰਿਆ ਉੱਥੇ ਜਾ ਕੇ ਲਿਖਦੇ ਆ, ਅਤੇ ਉਹ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਬਾਹਰ ਹੋਏ ਹੋਏ। ਇਸ ਕਰਕੇ ਐਵੇਂ ਬੇਹੂਦੀ ਬੇਮਤਲਬੀ ਨਿਸ਼ਰਦਕਤਾ ਦੀਆਂ ਗੱਲਾਂ ਕਰਨੀਆਂ ਉਹ ਠੀਕ ਨਹੀਂ। ਕਿ ਪਾਤਸ਼ਾਹ ਜੀ ਨੇ 1663 ਬਿਕਰਮੀ ਜੇਠ ਸੁਦੀ ਚੌਥ 25 ਮਈ 1605 ਵਿੱਚ ਲਾਹੌਰ ਜੋਤੀ ਜੋਤ ਸਮਾਇਆ। ਜਦੋਂ ਇਹ ਯਾਤਰਾ ਵਾਸਤੇ ਗਏ ਸੀ, ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਸਥਾਨ 'ਤੇ ਰੋਜ਼ਾਨਾ ਕਥਾ ਕਰਦੇ ਰਹੇ। ਉੱਥੇ ਡੇਰਾ ਸਾਹਿਬ ਲਾਹੌਰ ਵੀ ਸੰਗਤਾਂ ਨੇ ਕਿਰਪਾ ਕੀਤੀ, ਸਮਾਂ ਬਖਸ਼ਿਆ। ਪੰਜਾ ਸਾਹਿਬ ਵੀ। ਸੋ ਇਸ ਪ੍ਰਕਾਰ ਉਦੋਂ ਦਰਸ਼ਨ ਕੀਤੇ ਆ ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਅਸਥਾਨ ਦੇ, ਜਿੱਥੇ ਪਾਤਸ਼ਾਹ ਜੋਤੀ ਜੋਤ ਸਮਾਏ, ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਅਵਤਾਰ ਧਾਰਿਆ, ਲੀਲਾ ਕੀਤੀਆਂ। ਔਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਅਵਤਾਰ ਸਥਾਨ, ਭਾਈ ਤਾਰੂ ਸਿੰਘ ਮਨੀ ਸਿੰਘ ਦੇ ਸ਼ਹੀਦੀ ਸਥਾਨ। ਬੇਅੰਤ ਹੈ, 550 ਤੋਂ ਉੱਪਰ ਗੁਰਦੁਆਰੇ ਉੱਧਰ ਰਹਿ ਗਏ। ਸੋ ਇਸ ਵਾਸਤੇ ਹੁਣ ਭਾਗਾਂ ਦੇ ਨਾਲ ਹੈ। ਕਰਤਾਰਪੁਰ ਸਾਹਿਬ ਵੀ, ਉੱਥੇ ਵੀ ਸਮਾਂ ਬਣਿਆ ਸੀ, ਪਰ ਹੁਣ ਰੋਜ਼ਾਨਾ ਨਹੀਂ। ਬੀਜਾਂ ਵਾਲੀ ਗੱਲ ਸਾਡੇ ਨਾਲ ਲੀਡਰਾਂ ਚੌਧਰੀ ਦੀਆਂ ਗਲਤੀਆਂ ਤੋਂ ਕਾਲੇ ਪੈ ਗਏ। ਜਿੱਥੇ ਗੋਰੇ ਸੀ ਇੰਨੇ ਸਾਲਾਂ, ਉੱਥੇ ਹੋਰ ਬਟਵਾਰਾ ਨਾ ਕਰਾਉਂਦੇ। ਇਹ ਕਹਿੰਦੇ ਸ਼ਾਂਤੀ ਨਾਲ ਰਾਜ ਲੈ ਲਿਆ, ਪਰ ਇਹਨਾਂ ਦੀ ਸ਼ਾਂਤੀ ਨੇ ਮੇਰਾ ਖਿਆਲ ਮਹਾਂਭਾਰਤ ਦੇ ਯੁੱਧ ਵਿੱਚ ਇੰਨਾ ਖੂਨ ਨਹੀਂ ਡੁੱਲਾ ਜਿਨ੍ਹਾਂ ਦੀ ਸ਼ਾਂਤੀ ਨੇ ਡੁਲਾਇਆ। ਦੁਨੀਆ ਇੱਕ ਦੂਜੇ ਦੀ ਬੈਰੀ ਬਣ ਗਈ, ਖੂਨ ਦੀਆਂ ਨਦੀਆਂ ਵਗ ਗਈਆਂ, ਖਾਨਾ ਬਦੋਸ਼ ਬਣਾਤੇ ਲੋਕਾਂ ਨੇ। ਹਾਲੇ ਤਾਈਂ ਕਈ ਸੈੱਟ ਨਹੀਂ ਹੋਏ ਉਦੋਂ ਦੇ ਉਜੜੇ ਹੋਏ। ਫਿਰ ਕਈ ਵਾਰੀ ਕੀ ਕੁਛ ਕਰ ਚੁੱਕੇ ਤੁਹਾਨੂੰ ਪਤਾ ਹੀ ਹੈ। ਸੋ ਇਸ ਵਾਸਤੇ ਆਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਹ ਪਾਵਨ ਪਵਿੱਤਰ ਗੁਰਬਾਣੀ ਹੈ। ਮਹਾਰਾਜ ਸਦਾ ਹੀ ਹਾਜ਼ਰ ਨਾਜ਼ਰ, ਕੌਣ ਕਹੇ ਸ੍ਰੀ ਗੁਰੂ ਅਰਜਨ ਮੋਇਓ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਉਹ ਤਾਂ ਸਦਾ ਹੀ ਹਾਜ਼ਰ ਹੈ। ਕ੍ਰਿਸ਼ਨ ਮਹਾਰਾਜ ਨੂੰ ਅਰਜਨ ਕਹਿਣ ਲੱਗਾ, ਮਹਾਰਾਜ ਤੁਹਾਡਾ ਨਾਂ ਸਾਰੇ ਜਪਦੇ, ਮੈਂ ਤੁਹਾਡਾ ਸੇਵਕ ਹਾਂ, ਮੇਰਾ ਨਾਂ ਕੋਈ ਲੈਂਦਾ ਹੀ ਨਹੀਂ। ਕਹਿੰਦੇ ਜਦੋਂ ਕਲਯੁਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਅਵਤਾਰ ਧਾਰਨਗੇ ਨਾ, ਉਹਨਾਂ ਦੀ ਜਿਹੜੀ 5ਵੀਂ ਜੋਤ ਹੋਏਗੀ, ਉਹਨਾਂ ਦਾ ਨਾਂ ਅਰਜਨ ਹੋਊਗਾ। ਸਾਰਾ ਸੰਸਾਰ ਹੀ ਇਸ ਨਾਮ ਨੂੰ ਜਪੂਗਾ। ਗੱਜ ਕੇ ਬੋਲੋ, ਸਾਰਾ ਸੰਸਾਰ ਇਹ ਨਾਂ ਇੰਨਾ ਪਿਆਰਾ ਹੋ ਜਾਏਗਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੈਸੇ ਕੈਸੇ ਗੁਰਸਿੱਖ ਮਹਾਰਾਜ ਦੇ ਪੈਦਾ ਹੋਏ। ਸਰੋਵਰਾਂ ਦੀ ਸੇਵਾ, ਦਰਬਾਰ ਸਾਹਿਬ ਦੀ ਸੇਵਾ, ਕਥਾ ਕੀਰਤਨ, ਸੰਗਤ ਪੰਗਤ ਦੀ, ਔਰ ਪ੍ਰਚਾਰਕ ਭਾਈ ਮਾਧੋ ਕਲਿਆਣੇ ਵਰਗੇ, ਹਰੀ ਸੈਨ ਸਰਗੇ ਰਾਜਿਆਂ 'ਤੇ ਕਿਰਪਾ ਕਰਨੀਆਂ। ਭਾਈ ਬਹਿਲੋ, ਸਾਲੋ, ਬਹੋੜਾ, ਬਾਬਾ ਮੰਝ 84 ਪਿੰਡਾਂ ਦੇ ਚੌਧਰੀਆਂ ਨੂੰ ਗੁਰੂ ਘਰ ਦੇ ਦਾਸ ਬਣਾ ਦੇਣਾ। ਇਸ ਪ੍ਰਕਾਰ ਸਾਧ ਸੰਗਤ ਜੇਠਾ ਪੁਰਾਣਾ ਔਰ ਬਾਬਾ ਬਿਧੀ ਚੰਦ ਆਦਿ ਕਿੰਨੇ ਕੁ ਗੁਰ ਸਿੱਖਾਂ ਦੇ ਨਾਂ ਗਿਣੀਏ। ਅਲੌਕਿਕ ਹੀ ਖੇਲ ਹੈ ਜੋ ਖੇਲ ਕੇ ਗਏ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਐਸੀ ਬਣਾਤੀ ਹੈ, ਐਸੀ ਕਿਰਪਾ ਕਰ ਗਏ ਕਿ ਉਹ ਗੁਰਸਿੱਖਾਂ ਨੂੰ ਅੰਗਰੇਜ਼ ਕਹਿਣ ਲੱਗੇ। ਸਾਰੇ ਕਹਿਣ ਸਾਡਾ ਇਸ਼ਟ ਵੱਡਾ, ਸਾਡਾ ਇਸ਼ਟ ਗੁਰੂ ਵੱਡਾ। ਕਹਿੰਦੇ ਵੀ ਲੈ ਕੇ ਆਓ। ਪੰਡਿਤ ਜੀ ਆਏ, ਬ੍ਰਾਹਮਣ ਉਹ ਗੀਤਾ ਹੱਥ 'ਚ ਫੜਿਓ, ਮੁਸਲਮਾਨ ਉਹ ਕੁਰਾਨ ਜਿਹੜਾ ਕੱਛ 'ਚ ਲਿਆ, ਈਸਾਈ ਆ ਉਹ ਬਾਈਬਲ ਫੜੀ ਫਿਰੇ। ਜਿਹੜੇ ਗੁਰਸਿੱਖਾਂ ਨੂੰ ਕਿਹਾ ਉਹ ਕਹਿੰਦੇ ਇਉਂ ਨਹੀਂ ਹੋਣਗੇ। 5 ਪਿਆਰੇ ਹੋਣਗੇ, 5 ਦਲਾਰੇ ਹੋਣਗੇ, ਨਗਾਰੇ ਨਿਸ਼ਾਨਚੀ ਹੋਣਗੇ, ਕੀਰਤਨ ਵਾਲੇ ਰਾਗੀ ਸਿੰਘ ਹੋਣਗੇ, ਔਰ ਇਸੇ ਤਰ੍ਹਾਂ ਮਹਾਰਾਜ ਦੀ ਪਾਲਕੀ ਪ੍ਰਕਾਸ਼ ਔਰ ਚੌਰ ਦੀ ਸੇਵਾ, ਥਾਂ ਥਾਂ ਝੰਡੀਆਂ, ਗੇਟ ਬਣਨਗੇ, ਛਿੜਕਾਓ ਹੋਣਗੇ। ਜਿਹੜੇ ਇਸ ਤਰ੍ਹਾਂ ਗਏ ਕਹਿੰਦੇ ਲੈ ਵੀ ਸਾਰਿਆਂ ਨਾਲੋਂ ਵੱਡਾ ਗੁਰੂ ਤਾਂ ਫੇਨਾਂ ਦਾ ਹੀ ਆ ਨਾ। ਗ੍ਰੰਥ ਦੁਨੀਆ ਦੇ ਬਹੁਤ ਆ, ਸਤਿਕਾਰਯੋਗ ਆ,
ਪਰ ਜੇ ਕਿਸੇ ਧਰਮ ਸ਼ਾਸਤਰ ਨੂੰ ਗੁਰੂ ਦੀ ਪਦਵੀ ਮਿਲੀ ਹੈ, ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਔਰ ਜਦੋਂ ਮਹਾਰਾਜ ਨੇ ਦਰਬਾਰ ਸਾਹਿਬ ਦੀ ਰਚਨਾ ਕੀਤੀ, ਕਹਿਣ ਲੱਗੇ ਪਾਤਸ਼ਾਹ ਇੱਥੇ ਗੁਰੂ ਨਾਨਕ ਸਾਹਿਬ ਦੀ ਮੂਰਤੀ ਸਥਾਪਿਤ ਕਰੋਗੇ ਜਾਂ ਦੂਜੇ ਗੁਰੂਆਂ ਜਾਂ ਆਪ ਸਜੋਗੇ, ਕਿਰਪਾ ਕਰੋਗੇ? ਕਹਿੰਦੇ ਨਹੀਂ, ਸਰੀਰ ਅੱਜ ਹੈਗੇ ਆ, ਕੱਲ੍ਹ ਹੈ ਨਹੀਂ, ਕਿਉਂਕਿ ਸ਼ਬਦ ਸੱਚਾ, ਪਿੰਡ ਕਾਚਾ। ਸ਼ਬਦ ਸੱਚਾ ਹੈ, ਪਿੰਡ ਸਰੀਰ ਤਾਂ ਸਦਾ ਰਹਿਣ ਵਾਲਾ ਨਹੀਂ। ਇੱਥੇ ਸ਼ਬਦ ਗੁਰੂ ਦਾ ਪ੍ਰਕਾਸ਼ ਹੋਏਗਾ। ਗੱਜ ਕੇ ਬੋਲੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀ ਨਾ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਹੈ ਜਗ ਬਉਰਨ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆ ਭੂਤਪੂਰਵ ਪ੍ਰਾਈਮ ਮਿਨਿਸਟਰ ਹੋਇਆ ਨਾ ਵਾਜਪਾਈ, ਉਹ ਕਹਿੰਦਾ ਦੁਨੀਆ ਹੁਣ ਚੰਦ ਵੱਲ ਜਾ ਰਹੀ ਹੈ। ਕੋਈ ਫਾਰਮ ਬਣਾਊਗਾ, ਕੋਈ ਫੈਕਟਰੀਆਂ ਲਓ, ਕੋਈ ਕੁਝ ਕਰੇਗਾ, ਘਰ ਮਕਾਨ ਕੋਠੀਆਂ ਬਣਾਉਣਗੇ। ਕਹਿੰਦੇ ਜੇ ਆ ਗੁਰੂ ਨਾਨਕ ਸਾਹਿਬ ਦੇ ਸਿੱਖ ਚਲ ਗਏ ਨਾ, ਇਹ ਉੱਥੇ ਨਿਸ਼ਾਨ ਚਲਾਉਣਗੇ, ਗੁਰਦੁਆਰਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਗੇ। ਗੱਜ ਕੇ ਬੋਲੋ ਮਹਾਰਾਜ ਪ੍ਰਕਾਸ਼ ਕਰਨਗੇ। ਅਲਾਸਕਾ ਉੱਥੇ ਗਿਣਤੀ ਦੇ ਸਿੰਘ ਆ, ਜਿੱਥੋਂ ਗਾਹਾਂ ਧਰਤੀ ਨਹੀਂ ਸਮੁੰਦਰ ਆ, ਉੱਥੇ ਵੀ ਗੁਰਦੁਆਰਾ ਬਣਾਈ ਬੈਠੇ। ਹਰ ਥਾਂ ਲੰਗਰ ਚੱਲਦੇ ਆ, ਦੀਵਾਨ ਚੱਲਦੇ ਆ। ਇਹ ਮਹਾਰਾਜ ਦੀ ਬਖਸ਼ਿਸ਼ ਹੈ, ਇਹ ਉਹਨਾਂ ਦੀ ਆਪਣੀ ਦੇਣ ਹੈ, ਉਹਨਾਂ ਦੀ ਆਪਣੀ ਕਿਰਪਾ ਹੈ। ਅਤੇ ਮਹਾਰਾਜ ਨੇ ਦੇਖੋ ਪੁੱਤਰ ਦੀ ਦਾਤ ਮਾਤਾ ਗੰਗਾ ਜੀ ਨੇ, ਤੁਹਾਨੂੰ ਸਾਖੀ ਸੁਣਨੇ ਪਹਿਲਾਂ ਕਿਵੇਂ ਗਏ, ਫਿਰ ਕਿਵੇਂ ਹੁਕਮ ਹੋਇਆ ਵੀ ਗੁਰੂ ਘਰ ਦੇ ਵਿੱਚ ਨਿਮਰਤਾ ਦੇ ਨਾਲ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਨਿਵਣ ਸੁਅਖਰ ਕਵਣ ਗੁਣ, ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਬਸ ਆਵੀ ਕੰਤ। ਸੁਆਓ ਜੋ ਲੜੀਵਾਰ ਕਥਾ ਗਿਆਨੀ ਜੀ ਆਪ ਜੀ ਨੂੰ ਸ਼ਰਵਣ ਕਰਾਉਂਦੇ ਹਨ, ਉਸੇ ਲੜੀ ਵਿੱਚੋਂ ਗੁਰ ਸ਼ਬਦ ਦੀ ਵਿਚਾਰ ਸੁਣੀਏ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਦੀ ਬਾਣੀ ਹੈ। ਪੰਜਵੇਂ ਸਤਿਗੁਰੂ ਜੀ ਆਪਣੀ ਪਾਵਨ ਰਸਨਾ ਤੋਂ ਬਖਸ਼ਿਸ਼ ਕਰਦੇ ਹਨ। ਸਤਿਗੁਰ ਪੂਰੇ ਭਾਣਾ। ਸਤਿਗੁਰ ਪੂਰੇ ਦਾ ਭਾਣਾ, ਉਹਦੀ ਜਿਹੜੀ ਰਜਾ, ਉਹਦੀ ਆਗਿਆ। ਭਾਣੇ ਦੀ ਗੱਲ ਕਰ ਲੈਣੀ ਬੜੀ ਸੌਖੀ ਹੈ, ਪਰ ਭਾਣਾ ਮੰਨਣਾ ਬਹੁਤ ਔਖਾ। ਛੱਜੂ ਭਗਤ ਹੋਇਆ ਇੱਕ, ਜਦੋਂ ਕਿਸੇ ਦਾ ਬੱਚਾ ਮਰ ਜਾਏ ਉਹਨੂੰ ਘੁੰਗਰੂ ਬਣ ਕੇ ਨੱਚਣਾ, ਕਹਿਣਾ ਨਿੱਤ ਦਿਵਾਲੀ ਸਾਧ ਦੀ ਅਠੇ ਪਹਿਰ ਬਸੰਤ। ਅਤੇ ਜਿਸ ਵੇਲੇ ਆਪਣਾ ਮਰ ਗਿਆ ਅਤੇ ਅੰਦਰੋਂ ਨਿਕਲੇ ਨਾ, ਕਹਿੰਦੇ ਛੱਜੂ ਕੀ ਗੱਲ ਆ? ਕਹਿੰਦੇ ਵੀ ਅੱਜ ਆਪਣੇ ਜਿਗਰ ਦਾ ਟੋਟਾ ਸੀ। ਕਹਿੰਦੇ ਅੱਜ ਭਾਣਾ ਨਹੀਂ। ਇਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੱਤੀ ਤਵੀ 'ਤੇ ਬੈਠ ਕੇ ਵੀ ਕਹਿ ਸਕਦੇ ਆ, ਰੇਤਾ ਪਵਾ ਕੇ ਦੇਗ ਉਬਲਦੀ 'ਚ ਬਹਿ ਕੇ, ਤੇਰਾ ਭਾਣਾ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਭਾਣੇ ਦੀ ਗੱਲ ਕੀਤੀ ਨਹੀਂ, ਭਾਣੇ ਨੂੰ ਮੰਨ ਕੇ ਦਿਖਾਇਆ। ਸਤਿਗੁਰ ਪੂਰੇ ਭਾਣਾ, ਪੂਰੇ ਸਤਿਗੁਰਾਂ ਦਾ ਜਿਹੜਾ ਭਾਣਾ, ਜੋ ਵੀ ਭਾਣਾ ਵਰਤਾਉਂਦੇ ਆ, ਹੁਕਮ ਕਰਦੇ, ਆਗਿਆ ਕਰਦੇ, ਪਰਖ ਨਿਰਖ ਕਰਦੇ ਆ, ਉਹਨੂੰ ਸਤ ਕਰਕੇ ਮੰਨਣਾ। ਮਨ ਬਣ ਸਰੀਰ ਕਰਕੇ ਕਿਸੇ ਤਰ੍ਹਾਂ ਦਾ ਦੁੱਖ ਆ ਜਾਏ, ਉਹ ਤਾਂ ਚਲੋ ਆਪ ਪਰਮੇਸ਼ਰ ਆ। ਉਹਨੇ ਸਿੱਖਾਂ ਨੂੰ ਭਾਣਾ ਮੰਨਣ ਦਾ ਕੈਸਾ ਸੌਕ ਪੜ੍ਹਾਇਆ। ਭਗਤਾਂ 'ਤੇ ਸੰਕਟ ਆਇਆ, ਉਹਨੇ ਅਰਦਾਸ ਕੀਤੀ, ਮਹਾਰਾਜ ਸੰਕਟ ਟਲ ਜਾਏ। ਈਸਾ ਜੀ ਵਾਸਤੇ ਜ਼ਹਿਰ ਦਾ ਪਿਆਲਾ ਆਇਆ, ਇਹ ਖੁਦਾਵੰਦ ਕਰੀਮ, ਇਹ ਜ਼ਹਿਰ ਦਾ ਪਿਆਲਾ ਪੀਣਾ ਪਏਗਾ, ਜੇ ਹੋਵੇ ਤਾਂ ਟਲ ਜਾਏ। ਪਰ ਧੰਨ ਗੁਰਸਿੱਖ ਭਾਈ ਸਾਹਿਬ, ਭਾਈ ਮਨੀ ਸਿੰਘ ਲੈ ਲਓ, ਭਾਈ ਸ਼ਵੇਗ ਸਿੰਘ, ਸੁਭਾਸ਼ ਸਿੰਘ, ਭਾਈ ਤਾਰੂ ਸਿੰਘ ਸਾਹਿਬ ਲੈ ਲਓ, ਬੰਦਾ ਬਹਾਦਰ ਲੈ ਲਓ। ਉਹਨੇ ਇਹ ਨਹੀਂ ਕਿਹਾ ਮਹਾਰਾਜ ਦੁੱਖ ਤੋਂ ਸਾਨੂੰ ਬਚਾ ਲਓ। ਮਹਾਰਾਜ ਜੀ ਨੇ ਬਚਾ ਲਓ, ਕਹਿੰਦੇ ਜੇ ਤੇਰੇ ਭਾਣੇ 'ਚ ਹੀ ਹੈ ਅਤੇ ਫਿਰ ਹੁਣ ਆਪਾਂ ਕਿਉਂ ਕਹੀਏ ਕਿਉਂ ਹੋ ਰਿਹਾ?
ਇਸ ਕਰਕੇ ਜਿਹੜੀ ਇਹ ਸਾਰੇ ਗਿਣੇ ਉੱਥੇ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ। ਗੁਰਸਿੱਖ ਦਾ ਦਰਜਾ ਸਭ ਨੂੰ ਵੱਡਾ ਕਿਉਂ ਗਿਣਿਆ? ਗੁਰਸਿੱਖ ਜਿਹੜਾ ਗੁਰੂ ਕੀ ਰਜ਼ਾ ਭਾਣੇ ਵਿੱਚ ਰਹਿੰਦਾ ਹੈ, ਹੁਕਮ ਵਿੱਚ ਰਹਿੰਦਾ ਹੈ। ਸਤਿਗੁਰ ਪੂਰੇ ਭਾਣਾ, ਪੂਰੇ ਸਤਿਗੁਰਾਂ ਦਾ ਜੋ ਭਾਣਾ ਹੈ ਉਸ ਨੂੰ ਮਹਾਰਾਜ ਨੇ ਸਾਨੂੰ ਸਿਖਾਇਆ, ਸਤ ਕਰਕੇ ਮੰਨਣ ਦਾ ਉਪਦੇਸ਼ ਦਿੱਤਾ ਹੈ। ਜਿਹੜੇ ਉਹਦੇ ਭਾਣੇ ਵਿੱਚ ਆ ਜਾਂਦੇ ਆ ਉਹਨਾਂ ਦਾ ਨਾਮ ਭਾਈ ਹੈ। ਭਾਈ ਉਹ ਜਿਹੜਾ ਗੁਰੂ ਨੂੰ ਭਾ ਗਿਆ। ਪਰ ਹੁਣ ਅਸੀਂ ਤਾਂ ਬਹੁਤ ਸਸਤਾ ਲੈ ਲਿਆ, ਮੂਲੀਆਂ ਵੇਚਦਾ, ਮੂਲੀਆਂ ਵਾਲਾ ਭਾਈ, ਮਰੂੰਡੇ ਵਾਲਾ ਭਾਈ। ਜਾਂ ਗੁਰਦੁਆਰੇ ਗ੍ਰੰਥੀ ਨੂੰ ਟੀਚਰ ਕਰਨਗੇ ਕੜਾਹ ਖਾਣੇ ਭਾਈ ਹੈ। ਵੀ ਕੜਾਹ ਖਾਣਾ ਤਾਂ ਕੋਈ ਪਾਪ ਨਹੀਂ। ਜਿਹਨੂੰ ਮਹਾਰਾਜ ਦਾ ਭੋਗ ਲੱਗਿਆ, ਸੀਤ ਪ੍ਰਸ਼ਾਦ ਆ, ਇਹਨੂੰ ਤਾਂ ਦੁਨੀਆ ਤਰਸਦੀ ਹੈ। ਇਸ ਪ੍ਰਸ਼ਾਦ ਪਿੱਛੇ 10ਵੇਂ ਪਾਤਸ਼ਾਹ ਭਾਈ ਕੀਰਤੀਆ ਆਪਣੇ ਸਾਧ ਸਿੰਘ ਚੌਰ ਕਰਦਾ ਸੀ। ਚੌਰ ਕਰਦਾ ਤੇ ਇੱਕ ਰਿਛ ਆਇਆ ਕਲੰਦਰ। ਮਹਾਰਾਜ ਮੁਸਕਰਾਏ ਬਹੁਤ, ਕਹਿੰਦੇ ਮਹਾਰਾਜ ਬਹੁਤ ਹੱਸਦੇ ਆ। ਕਹਿੰਦੇ ਕੀਰਤੀਆ ਤੇਰਾ ਪਿਤਾ ਆਇਆ ਹੈ। ਕਹਿੰਦੇ ਮਹਾਰਾਜ ਮੇਰਾ ਪਿਓ ਕੜਾਹ ਪ੍ਰਸ਼ਾਦ ਬਣਾਉਣ ਦੀ ਸੇਵਾ ਵਰਤਾਉਣ ਦੀ ਕਰਦਾ ਰਿਹਾ, ਰਿਛ ਬਣਿਆ ਤੇ ਅਸੀਂ ਕੀ ਬਣਾਂਗੇ? ਕਹਿੰਦੇ ਵੀ ਸੇਵਾ ਨੇ ਨਹੀਂ ਬਣਾਇਆ, ਉਹਦੇ ਕਰਮ ਨੇ ਬਣਾਇਆ। ਕੋਈ ਗੁਰਸਿੱਖ ਦਸਵੰਧ ਲੈ ਕੇ ਆਇਆ ਸੀ ਗਰੀਬ ਗੱਡੇ 'ਤੇ, ਉਹ ਦਸਵੰਧ ਲਾਇਆ, ਅਨਾਜ ਜਿਹੜਾ ਸੀ ਇਹ ਪ੍ਰਸ਼ਾਦ, ਉਹਨੇ ਕਿਹਾ ਮੈਨੂੰ ਪ੍ਰਸ਼ਾਦ ਦੇ ਦਿਓ, ਮੇਰੇ ਬੌਲ ਦੇ ਜਿਹੜੇ ਉਹ ਮਤਾਣੇ ਹੋ ਕੇ ਇੱਧਰ ਉੱਧਰ ਨਾ ਚਲੇ ਜਾਣ। ਕਹਿੰਦੇ ਕਿਉਂ? ਰਿਛ ਵਾਂਗੂ ਚੜ੍ਹਦਾ ਉਹਨੂੰ। ਉਹ ਵਰਤਾਉਂਦਿਆਂ ਭੋਰਾ ਡਿੱਗਿਆ, ਉਹਨੂੰ ਚਾ ਕੇ ਮੂੰਹ ਪਾ ਲਿਆ ਵੀ ਮਹਾਰਾਜ ਦਾ ਸੀਤ ਪ੍ਰਸ਼ਾਦ ਹੀ ਲੈਣਾ। ਕਹਿੰਦੇ ਤੈਨੇ ਰਿਛ ਕਿਹਾ ਹੈ ਮੈਨੂੰ, ਰਿਛ ਬਣਾਵੇਗਾ ਰੱਬ ਤੈਨੂੰ। ਤੂੰ ਰਿਛ ਕਿਹਾ ਵੀ ਰਿਛ ਤੂੰ ਹੋਏਗਾ। ਕਹਿੰਦੇ ਜਿਹੜਾ ਉਹ ਗੁਰਸਿੱਖ ਦੀ ਨਰਾਦਰੀ ਕੀਤੀ ਉਹਦਾ ਫਲ ਆ। ਕਹਿੰਦੇ ਮਹਾਰਾਜ ਹੁਣ ਕਿਰਪਾ ਕਰੋ। ਅਤੇ ਜਦੋਂ ਫਿਰ ਸੰਗਤ ਦੇਗ ਵਰਤੀ ਅਤੇ ਮਹਾਰਾਜ ਨੇ ਆਪਣਾ ਸੀਤ ਪ੍ਰਸ਼ਾਦ ਦਿੱਤਾ ਅਤੇ ਫਿਰ ਉਹਦੀ ਕਲਿਆਣ ਕੀਤੀ। ਸੋ ਇਸ ਵਾਸਤੇ ਭਾਣਾ ਜਿਹੜਾ ਹੈ ਗੁਰੂ ਦੇ ਹੁਕਮ ਚੱਲਣਾ, ਰਜ਼ਾ ਵਿੱਚ ਚੱਲਣਾ। ਇਸ ਕਰਕੇ ਜਿਹੜੇ ਭਾਣੇ ਚੱਲਦੇ ਉਹ ਭਾਈ ਹੈ। ਭਾਈ ਉਹ ਹੈ ਜਿਹੜਾ ਗੁਰੂ ਨੂੰ ਭਾ ਗਿਆ। ਤੁਹਾਨੂੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਭੱਬੇ ਅੱਖਰ ਨੂੰ 3 ਸੂਤਰਾਂ 'ਚ ਲਿਆਂਦਾ। ਭੱਬਾ ਭਾਈ ਜੀ, ਭੱਬਾ ਭੁੱਲਾ ਜੀ, ਭੱਬਾ ਭਲਾ ਜੀ। ਆ 3 ਅੱਖਰ। ਜੇ ਕਿ ਆਓ ਸੇਵਾ ਕਰ ਲਓ, ਚੰਗਾ ਭਾਈ ਸਾਹਿਬ ਜੀ ਤੁਸੀਂ ਗਲਤੀ ਕੀਤੀ, ਮਹਾਰਾਜ ਭੁੱਲ ਗਿਆ, ਮਾਫ਼ ਕਰ ਦਿਓ ਜੀ। ਔਰ ਜੇ ਆਹ ਕੰਮ ਚੰਗਾ ਹੋਇਆ, ਭਲਾ ਜੀ ਗੁਰੂ ਨੇ ਭਲਾ ਕੀਤਾ। 1 ਅੱਖਰ ਦੀ ਸਿਰਫ ਕਮਾਈ ਕੀਤੀ। ਏਕ ਸ਼ਬਦ ਮੇਰੇ ਪ੍ਰਾਣ ਵਾਸਤੇ ਬਹੁੜ ਜਨਮ ਨਾ ਆਵਾਂ। ਅੱਜ ਅਸੀਂ ਇਹ ਪੜ੍ਹਾਈ ਛੱਡ ਦਿੱਤੀ। ਹੁਕਮ ਮੰਨਣ ਦੀ ਜਿਹੜੀ ਪੜ੍ਹਾਈ ਹੈ, 7 ਵਚਨ ਦੀ ਪੜ੍ਹਾਈ ਹੈ। 7 ਵਚਨ ਸਾਧੂ ਉਪਦੇਸ਼, 7 ਤੇ ਜਨ ਜਾ ਕੇ ਹਿਰਦੈ ਪ੍ਰਵੇਸ਼। ਸੰਤ ਹਰਖੋਲ ਮਹਾਂਪੁਰਸ਼ਾਂ ਨੂੰ ਕਹਿੰਦੇ ਮਹਾਰਾਜ ਕਿਰਪਾ ਕਰ ਦਿਓ। ਕਹਿੰਦੇ ਚੰਗਾ ਪਿਓ ਇੱਕ ਰੋੜਾ ਪਿਆ, ਉਹ ਚੁੱਕ ਕੇ ਲਿਆ। ਉਹ ਮੋਹਰਿਓਂ ਕਹਿੰਦਾ ਬਾਬਾ ਜੀ ਤੁਸੀਂ ਰੋੜਾ ਕੀ ਕਰਨਾ? ਕਹਿੰਦੇ ਦੇਖਣਾ ਸੀ ਵੀ ਹੁਕਮ ਮੰਨਣ ਦੀ ਆਦਤ ਹੈਗੀ ਕਿ ਨਹੀਂ, ਹੋਰ ਮੈਂ ਰੋੜਾ ਕੀ ਕਰਨਾ ਸੀ। ਕਿਉਂਕਿ ਜਦੋਂ ਇਨਸਾਨ ਕਹਿੰਦਾ ਤੇ ਬੱਚੇ ਆ ਉਹ ਮਾਂ ਪਿਓ ਮੂਹਰੇ ਇਸ ਤਰ੍ਹਾਂ ਬੋਲਦੇ ਆ, ਚੇਲੇ ਗੁਰੂ ਅੱਗੇ। ਪਰ ਇਹ ਪੜ੍ਹਾਈ ਜਿਹੜੀ ਗੁਰੂ ਨਾਨਕ ਸਾਹਿਬ ਦੇ ਘਰ ਦੁਨਿਆਵੀ ਤੌਰ 'ਤੇ ਵੀ ਜਿਨ੍ਹਾਂ ਪਰਿਵਾਰਾਂ ਵਿੱਚ ਇੱਕ ਦੂਜੇ ਦਾ ਹੁਕਮ ਮੰਨਣ ਦਾ ਸੁਭਾਅ ਹੈ, ਉੱਥੇ ਕਲਾ ਕਲੇਸ਼ ਹੁੰਦਾ ਹੀ ਨਹੀਂ। ਜਿੱਥੇ ਬਚਨ ਦੀ ਸਾਂਝ ਨਹੀਂ, ਉੱਥੇ ਹੀ ਕਲਾ ਕਲੇਸ਼ ਹਨ। ਗੁਰੂ ਘਰ ਵਿੱਚ ਵੀ ਇਹੀ ਹੈ। ਪੜ੍ਹਾਈ ਇੱਕੋ ਜਿਹੀ ਹੈ, 4 ਚੁਫੇਰੇ ਜਿੱਧਰ ਮਰਜ਼ੀ ਚਲੇ ਜਾਓ, ਪਰ ਗੁਰੂ ਘਰ ਦੀ ਤਾਂ ਬਹੁਤ ਵਿਸ਼ੇਸ਼ ਕਿਰਿਆ ਹੈ ਨਾ। ਇਸ ਕਰਕੇ ਸਤਿਗੁਰ ਪੂਰੇ ਭਾਣਾ, ਸਤਿਗੁਰੂ ਪੂਰੇ ਆ ਜਿਹੜੇ ਉਹਨਾਂ ਦੇ ਭਾਣੇ ਵਿੱਚ ਆ ਜਾਂਦੇ, ਉਹਨਾਂ ਦੇ ਰਜ਼ਾ ਵਿੱਚ ਆ ਜਾਂਦੇ ਹਨ। ਤਾਂ ਜਪਿਆ ਨਾਮ ਰਮਾਣਾ। ਜਦੋਂ ਉਹਨਾਂ ਦੀ ਕਿਰਪਾ ਦੇ ਪਾਤਰ ਬਣ ਗਏ ਨਾ, ਰਮਾਣਾ ਮੈਨੇ ਜਿਹੜਾ ਰਮਿਆ ਹੋਇਆ ਪਰਮੇਸ਼ਰ ਸੀ, ਵਿਆਪਕ ਸਰੂਪ। ਇੱਕ ਤਾਂ ਪ੍ਰਛਾਨਿਆ ਨਾ, ਜਿਵੇਂ ਹੁਣ ਸਨਾਤਨੀ ਲੋਕ ਆ ਮੰਦਰ ਵਿੱਚ ਕੋਈ ਮੂਰਤੀ ਸਥਾਪਨ ਕਰਕੇ ਉਹਦੇ 'ਚ ਭਗਵਾਨ ਦੀ ਜਾਂ ਦੇਵੀ ਦੇਵਤੇ ਦੀ ਕਲਪਨਾ ਕਰਕੇ ਪੂਜਾ ਕਰਦੇ ਆ, ਉਹ ਪ੍ਰਛੰਨ ਪੂਜਾ ਆ, ਇੱਕ ਦੇਸ਼ੀ ਹੈ। ਅਤੇ ਜਿਹੜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਪੂਜਾ ਕਿਵੇਂ ਹੈ? ਮੰਤਰੰਗ ਰਾਮ ਰਾਮ ਨਾਮੰ ਧਿਆਨੰਗ ਸਰਬੱਤਰ ਪੂਰਨ। ਉਹਨੂੰ ਸਰਬੱਤਰ ਵਿਆਪਕ ਜਾਣ ਕੇ ਉਸ ਪਰਮਾਤਮਾ ਦਾ ਧਿਆਨ ਕਰਨਾ।
ਰਮੇ ਹੋਏ ਪਰਮੇਸ਼ਰ ਦਾ ਨਾਮ ਜਪਣਾ ਔਰ ਰਮਾਣਾ ਜਿਹੜਾ ਹਰ ਵਿੱਚ ਰਮਿਆ ਹੋਇਆ ਸਮਾਇਆ ਹੋਇਆ ਉਸ ਪਰਮੇਸ਼ਰ ਦਾ ਨਾਮ ਜਪਣਾ। ਇਹ ਦ੍ਰਿਸ਼ਟੀ ਕਦੋਂ ਮਿਲਦੀ ਹੈ? ਜਦੋਂ ਕਨ੍ਹਈਏ ਵਾਂਗੂ ਮਹਾਰਾਜ ਦੀ ਮਿਹਰ ਮਿਲ ਜਾਏ, ਕਿਰਪਾ ਦ੍ਰਿਸ਼ਟੀ ਹੋ ਜਾਏ ਨਾ, ਫਿਰ ਨਾ ਕੋਈ ਬੈਰੀ ਨਹੀਂ ਬਗਾਨਾ। ਧੰਨ ਗੁਰੂ ਅਰਜਨ ਸਾਹਿਬ ਨੇ ਸਬਕ ਸਿਖਾਇਆ ਨਾ। ਹੁਣ ਮਹਾਰਾਜ ਦੇਖੋ ਕਿੰਨੀ ਸ਼ਕਤੀ ਦੇ ਮਾਲਕ, ਤਤੀ ਤਵੇ ਤੇ ਮੀਆਂ ਮੀਰ ਸਾਹਿਬ ਕਹਿੰਦੇ ਮਹਾਰਾਜ ਦਾਸ ਨੂੰ ਹੁਕਮ ਕਰ ਦਿਓ। ਕਹਿੰਦੇ ਜਦੋਂ ਬਹੁਤ ਵੱਡੀ ਤੁਸੀਂ ਸਭਾ ਬੁਲਾਈ ਸੀ, ਬਾਬਾ ਬੁੱਢਾ ਸਾਹਿਬ ਗਏ ਸੀ, ਉਹਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਪੜ੍ਹੀ ਸੀ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਤੁਸੀਂ ਸਿਹਰਾ ਲਾਇਆ ਸੀ ਵੀ ਗੱਲ ਕਰਨੀ ਸੌਖੀ, ਲਿਖਣੀ ਚੱਲਣਾ। ਹੁਣ ਦੱਸੋ ਠੀਕ ਲਿਖਿਆ? ਕਹਿੰਦੇ ਮਹਾਰਾਜ ਇਹ ਤੁਹਾਡੀਆਂ ਤੁਹਾਨੂੰ ਹੀ ਬਣ ਆਉਂਦੀਆਂ। ਕਹਿੰਦੇ ਮਹਾਰਾਜ ਹੁਕਮ ਕਰੋ ਇਹਨਾਂ ਜ਼ਾਲਮਾਂ ਦਾ। ਕਹਿੰਦੇ ਜਦੋਂ ਸਾਰਿਆਂ 'ਚ ਉਹ ਹੀ ਆ, ਹੁਣ ਬੁਰਾ ਭਲਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਕਹਿੰਦੇ ਮਹਾਰਾਜ ਜਿੱਥੇ ਤੁਹਾਡੀ ਗਮਤਾ ਉੱਥੇ ਅਸੀਂ ਨਹੀਂ, ਪਰ ਸਾਡੇ 'ਤੇ ਵੀ ਕਿਰਪਾ ਕਰ ਦਿਓ। ਫਿਰ ਮੀਆਂ ਮੀਰ ਸਾਹਿਬ 'ਤੇ ਕਿਰਪਾ। ਇਹ ਸਾਧਕ ਕਿਵੇਂ ਬਣੇ? ਜਿਹੜਾ ਜਲੰਧਰ ਦਾ ਸੂਬਾ ਸੀ ਉਹਦੇ ਬੱਚਾ ਨਹੀਂ ਸੀ ਹੁੰਦਾ, ਉਹ ਸਾਈਂ ਸਾਹਿਬ ਜੀ ਦੇ ਕੋਲ ਆਏ, ਕਹਿੰਦੇ 101 ਜਨਮ ਤੇਰੇ ਪੁੱਤਰ ਨੇ। ਉਹ ਨਿਰਾਸ਼ ਹੋ ਗਿਆ, ਬੇਗਮਾਂ ਨਾਲ ਕੁਦਰਤੀ ਗੁਰਸਿੱਖ ਦਾ ਮੇਲ ਹੋ ਗਿਆ। ਕਹਿੰਦੇ ਸੂਬਾ ਸਾਹਿਬ ਬੜੇ ਨਿਰਾਸ਼ੇ ਆ। ਕਹਿੰਦੇ ਮੀਆਂ ਸਾਹਿਬ ਕੋਈ ਅਸੀਂ ਝੋਲੀ ਭਰਨਗੇ, ਪਰੂ ਨਹੀਂ ਤਾਂ ਕੋਰਾ ਹੀ ਜਵਾਬ ਦਿੱਤਾ, 1 ਜਨਮ ਨਹੀਂ 101 ਜਨਮ ਤੱਕ ਗੱਲ ਕਰ ਦਿੱਤੀ। ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਦੇ ਘਰ ਚਲੇ ਜਾਓ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸੇਵਾ ਕਰਾ ਰਹੇ ਸਰੋਵਰ ਦੀ। ਮਹਾਰਾਜ ਨੂੰ ਬੇਨਤੀ ਕੀਤੀ, ਕਹਿੰਦੇ ਸਾਡਾ ਤਾਂ ਸਾਰਾ ਕੁਛ ਬਾਬਾ ਬੁੱਢਾ ਸਾਹਿਬ ਹੀ ਹੈ। ਇਹ ਗੁਰੂ ਨਾਨਕ ਸਾਹਿਬ ਆਦਿ ਸਿੱਖਿਆ, ਸਾਡੇ ਵਾਸਤੇ ਗੁਰੂ ਨਾਨਕ ਸਾਹਿਬ ਦਾ ਸਰੂਪ ਆ। ਗੁਰੂ ਨਾਨਕ ਸਾਹਿਬ ਦਾ ਸਰੂਪ ਦੇਖ ਲਓ, ਆਪ ਗੱਦੀ ਦੇ ਮਾਲਕ ਆ ਅਤੇ ਬਾਬਾ ਬੁੱਢਾ ਸਾਹਿਬ ਦਾ ਕਿੰਨਾ ਸਤਿਕਾਰ ਕਰਦੇ। ਆਪਣੇ ਘਰ ਸਾਰੀਆਂ ਕਲਾ ਮਾਲਕ ਲੋਕਾਂ ਨੂੰ ਦਾਤਾਂ ਦਿੰਦੇ ਆ। ਮਾਤਾ ਜੀ ਨੇ ਬੇਨਤੀ ਕੀਤੀ, ਕਹਿੰਦੇ ਇਹ ਕਲਾ ਅਸੀਂ ਸੰਗਤ ਲਈ ਵਰਤ ਸਕਦੇ, ਆਪਣੇ ਲਈ ਨਹੀਂ। ਅਤੇ ਜੇ ਆਪਣੇ ਲਈ ਆ ਤਾਂ ਬਾਬਾ ਬੁੱਢਾ ਸਾਹਿਬ ਸ਼ਰਨ ਜਾਣਾ ਪਊਗਾ। ਜਾਣਾ ਪਿਆ ਸੀ, ਇੱਥੋਂ ਤੁਰ ਕੇ ਗਏ ਸੀ ਨਾ। ਸੋ ਸਾਧ ਸੰਗਤ ਜੀ ਅਤੇ ਬਾਬਾ ਬੁੱਢਾ ਸਾਹਿਬ ਕੋਲ ਚਲੇ ਗਏ ਅਤੇ ਬਾਬਾ ਬੁੱਢਾ ਸਾਹਿਬ ਨੂੰ ਦੇ 4 ਰੋੜੇ ਮਾਰੇ ਚੱਕ, ਚੱਲ ਦੌੜ, ਕਿਰਪਾ ਆਪ ਕਰਦੇ ਆ, ਵਡਿਆਉਂਦੇ ਸਾਨੂੰ। ਉਹ ਕਹਿੰਦੇ ਗੁੱਸਾ ਨਾ ਕਰੀ, ਹੁਣ ਤੇਰੇ 4 ਹੀ ਪੁੱਤਰ ਹੋਣਗੇ। ਉਹ ਸੂਬੇ ਦੇ ਫਿਰ 4 ਪੁੱਤਰ ਹੋਏ। ਉਹ ਸਾਈਂ ਮੀਆਂ ਮੀਰ ਜੀ ਦੇ ਕੋਲ ਗਏ, ਕਹਿਣ ਲੱਗੇ ਇਹ 4 ਪੁੱਤਰ ਕਿਹਦੇ? ਸ਼ਹਿਜ਼ਾਦੇ। ਕਹਿੰਦੇ ਦਾਸ ਦੇ। ਕਹਿੰਦੇ ਮੈਂ ਤਾਂ ਕਿਹਾ 101 ਜਨਮ ਹੈ ਨਹੀਂ, ਕਿੱਥੋਂ ਮਿਲਿਆ? ਕਹਿੰਦੇ ਧੰਨ ਗੁਰੂ ਨਾਨਕ, ਧੰਨ ਗੁਰੂ ਅਰਜਨ ਸਾਹਿਬ ਜੀ ਦੇ ਘਰੋਂ। ਗੱਜ ਕੇ ਬੋਲੋ। ਉੱਥੋਂ ਫਿਰ ਮੀਆਂ ਮੀਰ ਜੀ ਮਹਾਰਾਜ ਦੇ ਸ਼ਰਧਾਲੂ ਹੋਏ ਆ, ਕਿਉਂਕਿ ਕੋਈ ਨਾ ਕੋਈ ਕਾਰਨ ਬਣਦਾ ਹੁੰਦਾ, ਕੋਈ ਵਿਧੀ ਬਣਦੀ ਹੁੰਦੀ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੇ ਰਮੇ ਹੋਏ ਰਾਮ ਦਾ, ਵਿਆਪਕ ਰਾਮ ਦਾ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਤੀਹੂ ਲੋਕ ਸੇ ਨਿਆਰਾ। ਜਿਹੜਾ ਰਮਿਆ ਹੋਇਆ ਰਾਮ, ਉਹਦਾ ਨਾਮ ਜਪਿਆ ਹੈ। ਗੋਬਿੰਦ ਕਿਰਪਾ ਧਾਰੀ। ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਉਸ ਨੇ ਕਿਰਪਾ ਧਾਰਨਾ ਕੀਤੀ। ਜਦੋਂ ਮਹਾਰਾਜ ਵਿਆਹੁਣ ਵਾਸਤੇ ਮੌ ਪਿੰਡ ਜਾਣਾ ਸੀ, ਬਾਬਾ ਮੱਲ ਸਾਹਿਬ ਮੋਚੀ ਮਹਾਰਾਜ ਦੇ ਸ਼ਰਧਾਲੂ ਸੀ ਮੌ ਨਗਰ 'ਚ। ਪਾਤਸ਼ਾਹ ਕਹਿੰਦੇ ਮੱਲ ਸਾਹਿਬ ਸਾਡੇ ਵਾਸਤੇ ਜੋੜਾ ਤਿਆਰ ਕਰ ਦੇਣਾ, ਜਦੋਂ ਜਾਵਾਂਗੇ ਲੈ ਜਾਵਾਂਗੇ। ਇੱਕ ਚਰਨ ਤਿਆਰ ਕੀਤਾ, ਉਹਨਾਂ ਦੇ ਲੱਕ 'ਚੋਂ ਦਰਦ ਸ਼ੁਰੂ ਹੋ ਗਈ, ਲੱਕ ਤੋਂ ਗਿੱਟੇ ਤੱਕ ਰੀਹ ਦੀ। ਦਿਨ ਰਾਤ ਅਡਾਟ ਪੈਣਾ। ਮਹਾਰਾਜ ਸੱਚੇ ਪਾਤਸ਼ਾਹ ਬਚਨ ਮੁਤਾਬਕ ਗਏ। ਕਹਿੰਦੇ ਮੱਲ ਸਾਹਿਬ ਜੋੜਾ, ਕਹਿੰਦੇ ਪਾਤਸ਼ਾਹ ਇੱਕ ਚਰਨ ਤਿਆਰ ਕੀਤਾ ਅਤੇ ਮੈਂ ਦਰਦ ਨਾਲ ਬੜਾ ਪੀੜਤ ਹਾਂ, ਕਿਰਪਾ ਕਰੋ। ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਆ ਨਾਥ, ਸਰਨ ਤੁਮਾਰੀ ਆਇਓ ਨਾਨਕ ਹੈ ਪ੍ਰਭ ਸਾਥ। ਸ਼ਨਿਚਰਵਾਰ ਦਾ ਦਿਨ ਸੀ। ਮਹਾਰਾਜ ਨੇ ਉੱਥੋਂ ਮਿੱਟੀ ਚੱਕ ਕੇ ਮਲ ਦਿੱਤੀ, ਦਰਦ ਹਟ ਗਈ। ਕਹਿੰਦੇ ਲੈ ਹੁਣ ਤੂੰ ਲੋਕਾਂ ਦੀਆਂ ਦਰਦਾਂ ਹਟਾਇਆ ਕਰ, ਜਿਹੜਾ ਤੇਰੇ ਚੌਂਕੀਆਂ ਭਰੇਗਾ 7 ਉਹਦੇ ਦਰਦ ਨਹੀਂ ਰਹੇਗੇ। ਮਹਾਰਾਜ ਸੱਜ ਗਏ ਤਾਂ ਮਹਾਰਾਜ ਦੀ ਹਾਜ਼ਰੀ 'ਚ ਜੋੜਾ ਤਿਆਰ ਕੀਤਾ ਅਤੇ ਦੇਖ ਲਓ ਸਦਾ ਵਾਸਤੇ ਕਿੱਡੇ ਕਿੱਡੇ ਵਰਦਾਨ ਮਿਲ ਗਏ। ਇਸ ਕਰਕੇ ਮਹਾਰਾਜ ਕਹਿੰਦੇ ਆ ਉਹ ਜਿਹਦੇ 'ਤੇ ਵੀ ਕਿਰਪਾ ਕਰ ਦੇਣ, ਉਹ ਬਰਕਤ ਨੂੰ ਆਪਣੇ ਤੱਕ ਸੀਮਤ ਨਹੀਂ ਰੱਖਦੇ, ਗਾਹਾਂ ਬਰਕਤ ਵੀ ਦੇ ਦਿੰਦੇ ਗੁਰਸਿੱਖਾਂ 'ਚ। ਉਵੇਂ ਕਿਵੇਂ ਕਲਾ ਵਰਤਦੀ। ਹੁਣ ਤੁਸੀਂ ਇੱਥੇ ਆਉਂਦੇ ਆ, ਦਰਬਾਰ ਸਾਹਿਬ ਜਾਂਦੇ ਆ, ਜਿੰਨੀ ਸੰਗਤ ਇੰਨੀ
ਉਨੀ ਕਿੰਨੀ ਸੰਗਤ ਬਾਬਾ ਬੁੱਢਾ ਸਾਹਿਬ ਦੇ ਜਾਂਦੀ ਹੈ, ਬਾਬਾ ਦੀਪ ਸਿੰਘ ਦੇ ਜਾਂਦੀ ਹੈ। ਕਦੀ ਇਹ ਕਿਹਾ ਵੀ ਬਾਬਾ ਬੁੱਢੇ ਸਾਹਿਬ ਦੇ ਦਰ ਪੂਰਾ ਨਹੀਂ ਹੋਇਆ, ਬਾਬਾ ਦੀਪ ਸਿੰਘ ਦੇ ਪੂਰਾ ਨਹੀਂ ਹੋਇਆ। ਗੁਰਸਿੱਖਾਂ 'ਚ ਵੀ ਕਲਾ ਮਹਾਰਾਜ ਦੇਖੋ ਕਿੰਨੀ ਬਰਕਤ ਰੱਖਤੀ ਹੈ, ਕਲਾ ਰੱਖ ਦਿੱਤੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਗੋਬਿੰਦ ਕਿਰਪਾ ਧਾਰੀ, ਗੋਬਿੰਦ ਨੇ ਆਪਣੀਆਂ ਸੰਗਤਾਂ 'ਤੇ, ਆਪਣੇ ਗੁਰਸਿੱਖਾਂ 'ਤੇ ਮਹਾਨ ਕਿਰਪਾ ਧਾਰਨਾ ਕੀਤੀ ਹੈ। ਪ੍ਰਭ ਰਾਖੀ ਪੈਜ ਹਮਾਰੀ, ਪ੍ਰਭੂ ਨੇ ਸਾਡੀ ਪੈਜ ਲਾਜ ਰੱਖੀ। ਹੁਣ ਬੁੱਧੂ ਦਾ ਆਵਾ ਸੀ ਨਾ, ਸੰਗਰਤਾ ਦਾਸ ਕਰਦੀ ਪੱਕਾ, ਅਤੇ ਬਾਹਰ ਦੇਖ ਲਓ ਉਹ ਗੁਰਸਿੱਖ 21 ਜਪਜੀ ਸਾਹਿਬ ਰੋਜ਼ ਪੜ੍ਹਦਾ ਹੁੰਦਾ ਸੀ। ਭਾਈ ਲੱਖੂ ਪਹਿਲਾਂ ਤਾਂ ਧਾੜਵੀ ਸੀ, ਮਹਾਰਾਜ ਗੁਰੂ ਅਮਰਦਾਸ ਦੀ ਕਿਰਪਾ ਨਾਲ ਜੀਵਨ ਪਲਟਿਆ ਨਾ। 21 ਜਪਜੀ ਸਾਹਿਬ ਉਹ ਜਿਲੇ ਆਇਆ, ਕਹਿੰਦਾ ਵੀ ਸੰਗਤ ਨੂੰ ਲੰਗਰ ਛਕ ਦੇ, ਤੈਨੂੰ ਫੇਰ ਦਿੰਦੇ ਆ। ਕਹਿੰਦੇ ਚੰਗਾ, ਫਿਰ ਸੰਗਤ ਨੂੰ ਛਕਾ ਲਓ। ਅੰਦਰ ਅਰਦਾਸਾ ਹੋਵੇ, ਬੁੱਧੂ ਦਾ ਆਵਾ ਪੱਕਾ, ਉਹ ਕਹਿੰਦਾ ਨਹੀਂ ਕੱਚਾ। ਉਹ ਬੁੱਧੂ ਕਹਿੰਦਾ ਮਹਾਰਾਜ ਵੀ ਆਹ ਗੱਲ ਹੋ ਗਈ। ਕਹਿੰਦੇ ਤਾਂ ਗੁਰੂ ਨਾਨਕ ਸਾਹਿਬ ਦਾ ਸਿੱਖ ਸੀਗਾ, ਉਹਨਾਂ ਦੀ ਬਾਣੀ ਪੜ੍ਹਦਾ, ਇਹਦੀ ਰਸਨਾ ਅਤੇ ਸ੍ਰੀ ਜਪਜੀ ਸਾਹਿਬ ਦਾ ਨਿਵਾਸ ਹੈ, ਪ੍ਰਭ ਜੀ ਵਸੈ ਸਾਧਗੀ ਰਸਨਾ, ਇਹਦਾ ਬਚਨ ਜਾਣਾ ਨਹੀਂ। ਭਾਵ ਦੇਖੋ, ਜਿਨ੍ਹਾਂ ਨੂੰ ਉਹਨਾਂ ਦੀ ਬਾਣੀ ਦੀ ਕਮਾਈ ਕੀਤੀ, ਉਹਨਾਂ ਗੁਰਸਿੱਖਾਂ ਦੀ ਜ਼ੁਬਾਨ ਦੇ ਉੱਤੇ ਕਿੱਡੀ ਵੱਡੀ ਤਾਕਤ ਆ ਗਈ। ਉਹਨਾਂ ਦੀ ਦ੍ਰਿਸ਼ਟੀ, ਉਹਨਾਂ ਦੇ ਚਰਨਾਂ 'ਚ, ਉਹਨਾਂ ਦਾ ਸਾਰਾ ਸਰੀਰ ਰੋਮ ਰੋਮੇ ਅੰਮ੍ਰਿਤ ਰੂਪ ਹੋ ਜਾਂਦਾ। ਜਿੱਥੇ ਚਰਨ ਰੱਖਦੇ ਉਹ ਧਰਤੀ ਅੰਮ੍ਰਿਤ ਰੂਪ ਬਣਾ ਦਿੰਦੇ, ਜਨ ਕੇ ਚਰਨ ਤੀਰਥ ਕੋਟ ਗੰਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਗੁਰੂ ਪਰਮੇਸ਼ਰ ਜਿਹੜਾ ਉਹਨਾਂ ਦੀ ਸ਼ਰਨ ਆਉਂਦਾ ਹੈ, ਉਹਨਾਂ ਦੀ ਪੈਜ ਲਾਜ ਰੱਖਦੇ ਹਨ। ਜਿਵੇਂ ਭਾਈ ਤਰਲੋਕੇ ਦੀ, ਭਾਈ ਕਟਾਰੂ ਦੇ ਬੱਟੇ ਪੂਰੇ ਕੀਤੇ, ਉਹਦੀ ਤਲਵਾਰ ਚਮਕਦੀ ਦਿਖਾਈ, ਲਾਜ ਰੱਖਦੇ ਹਨ। ਹਰਿ ਕੇ ਚਰਨ ਸਦਾ ਸੁਖਦਾਈ, ਜਿਹੜੇ ਹਰੀ ਨਿਰੰਕਾਰ ਦੇ ਚਰਨ ਆ ਉਹ ਤਾਂ ਸਦਾ ਹੀ ਦੁਖਦਾਈ ਹੈ। ਦੁਨੀਆ ਦੇ ਦੁਖਦਾਈ ਆ, ਮਹਾਰਾਜ ਦੇ ਸਦਾ ਸੁਖਦਾਈ ਹੈ। ਜਿਹੜੇ ਹਰੀ ਦੇ ਚਰਨ ਉਹ ਸੁਖਦਾਈ ਹੈ, ਅਤੇ ਜਿਹੜੇ ਲੋਕਾਂ ਦੇ ਹੁਣ ਕਿਸੇ ਦੇ ਚਰਨ ਨੂੰ ਚੰਬਲ ਹੋਊਗੀ, ਖਾਜ ਹੋਊਗੀ, ਅਤੇ ਜੇ ਕੋਈ ਹੱਥ ਲਾ ਕੇ ਮੱਥੇ ਨੂੰ ਲਾਏਗਾ ਤਾਂ ਉਹਦੇ ਪਰਮਾਣੂ ਅਸਰ ਕਰਨਗੇ ਕਿ ਨਹੀਂ ਕਰਨਗੇ? ਕਰਨਗੇ ਨਾ। ਇਸ ਵਾਸਤੇ ਛੂਤ ਦੀ ਬਿਮਾਰੀ। ਪਰ ਜਿਹੜੇ ਮਹਾਰਾਜ ਦੇ ਚਰਨ ਨੇ ਉਹ ਸੁਖਦਾਈ। ਪਰ ਇਸ ਘਰ ਦੀ ਬਰਕਤ ਨਿਆਰੀ ਹੈ। ਹੁਣ ਦੁੱਖ ਭੰਜਨੀ ਬੇਰੀ ਚਲੇ ਜਾਓ, ਉੱਥੇ ਕੋੜੇ ਵੀ ਨਹਾਈ ਜਾਂਦੇ ਆ, ਪਾਂ ਵਾਲੇ ਵੀ ਨਹਾਈ ਜਾਂਦੇ ਆ, ਖਾਜ ਵਾਲੇ ਵੀ ਨਹਾਈ ਜਾਂਦੇ ਆ। ਇੱਥੇ ਤਰਨ ਤਾਰਨ ਸਾਹਿਬ ਵੀ ਇਵੇਂ ਹੀ ਆ, ਫਲਵੈਰੀ ਵਾਲੇ ਵੀ ਨਹਾਈ ਜਾਂਦੇ ਆ। ਤੁਸੀਂ ਉੱਥੋਂ ਚੂਲੇ ਭਰ ਭਰ ਪੀਂਦੇ ਆ, ਇਸ਼ਨਾਨ ਕਰਦੇ ਆ। ਜੇ ਕੋਈ ਡਾਕਟਰ ਦੇਖੂਗਾ ਉਹ ਕਹਿਣਾ ਪਿਆ ਸਿੱਖ ਜਿਹੜੇ ਇਹਨਾਂ ਦੇ ਦਿਮਾਗ ਖਰਾਬ ਹੋਏ ਆ, ਕਿੱਥੇ ਨਹਾਈ ਜਾਂਦੇ ਆ। ਪਰ ਇਹ ਅੰਮ੍ਰਿਤ ਦੇ ਸਰੋਵਰ ਆ। ਅਤੇ ਕਦੀ ਅੱਜ ਤਾਂ ਹੋਇਆ ਕਿਸੇ ਨੂੰ ਸੈਪਟਮ ਹੋਈ ਜਾਂ ਛੂਤ ਦੀ ਬਿਮਾਰੀ ਚਿੰਬੜੀ, ਕਦੀ ਅਲਾਮਾ ਆਇਆ। ਉਹ ਮਹਾਰਾਜ ਦੀ ਕਲਾ ਵਰਤ ਰਹੀ ਹੈ। ਇਸ ਕਰਕੇ ਮਹਾਰਾਜ ਦੇ ਜਿਹੜੇ ਚਰਨ ਹਨ ਸਦਾ ਹੀ ਸੁਖਦਾਈ। ਦੁਨੀਆ ਦੇ ਚਰਨ ਮਨਮੁਖਾਂ ਦੇ ਉਹ ਦੁਖਦਾਈ, ਜਿੱਥੇ ਜਾਂਦੇ ਕਲੇਸ਼ ਹੀ ਖੜਾ ਕਰਦੇ। ਲਛਮਣ ਜੀ ਜਾ ਰਹੇ ਸੀ ਰਾਮਚੰਦਰ ਜੀ ਨਾਲ, ਕਹਿੰਦੇ ਇੱਥੇ ਮਿੱਟੀ ਦੀ ਪੰਡ ਬੰਨ੍ਹ ਲਾ ਵੀ ਸਫ਼ਰ ਚੰਗਾ ਹੁੰਦਾ, ਥੋੜ੍ਹਾ ਜਿਹਾ ਭਾਰ ਹੋਵੇ। ਉਹਦੇ ਮਨ 'ਚ ਜੀ ਫੁਰਨਾ ਆਉਣ ਲੱਗ ਪਿਆ, ਇਹ ਬਨਵਾਸ ਤਾਂ ਰਾਮਚੰਦਰ ਜੀ ਨੂੰ ਹੋਇਆ ਸੀ, ਮੈਂ ਨਾਲ ਕਾਹਲੇ ਤੁਰਿਆ ਫਿਰਦਾ। ਉਹ ਜਦੋਂ ਪੰਡ ਲਾ ਕੇ ਭਰੇ ਰੱਖਣੀ, ਫੇਰ ਕਹਿਣਾ ਵੀ ਤੂੰ ਉਹਨਾਂ ਦਾ ਭਰਾ ਹੈ, ਇਹੋ ਜਿਹੀਆਂ ਗੱਲਾਂ ਕਿਉਂ ਕਰਦਾ। ਫਿਰ ਮਹਾਰਾਜ ਨੂੰ ਜਿਹੜੇ ਪੁੱਛਿਆ, ਉਹ ਕਹਿੰਦੇ ਇਸ ਮਿੱਟੀ ਦਾ ਪ੍ਰਭਾਵ ਹੈ। ਇਹ ਮਿੱਟੀ, ਇੱਥੇ 2 ਦੈਂਤ ਜਿਹੜੇ ਮਰੇ ਆ, ਸੁੰਭ ਅਤੇ ਨਸੁੰਭ। ਉਹ ਦੈਂਤ ਜਿਹੜੇ ਸੀ ਅਤੇ ਉਹ ਜਿੱਤੇ ਨਾ ਜਾਣ, ਅਤੇ ਉਹ ਪਛਰਾਂ ਭੇਜਤੀ। ਉਹ ਦੋਨੋਂ ਸਾਧ ਸੰਗਤ ਜੀ ਹੋ ਗਏ ਵੀ ਮੈਂ ਵਰਨਾ, ਮੈਂ ਵਰਨਾ। ਉਹ ਕਹਿੰਦੇ ਮੈਂ ਉਹਨਾਂ ਵਿਆਹ ਕਰਾਊਂ ਜਿਹੜਾ ਤੁਹਾਡੇ ਬਲੀ। ਉਹ ਦੋਨੋਂ ਹੀ ਲੜ ਕੇ ਮਰ ਗਏ। ਕਹਿੰਦੇ ਇੱਥੇ ਫੂਕੇ ਸੀ ਉਹਨਾਂ ਦੀ ਮਿੱਟੀ ਆ ਦੈਂਤਾਂ ਦੀ, ਤਾਂ ਇਹ ਪ੍ਰਭਾਵ ਹੈ। ਮਿੱਟੀ ਮਿੱਟੀ ਦਾ ਫਰਕ ਆ, ਸਰੀਰਾਂ ਦੀ ਮਿੱਟੀ ਦਾ ਵੀ ਫਰਕ ਹੈ। ਕਈ ਐਸੇ ਬੰਦੇ ਆ ਉਹ ਨਿਸ਼ਰਤ ਕੇ ਕਰੀ ਜਾਂਦੇ ਲੋਕਾਂ ਨੂੰ ਪੁੱਠੀਆਂ ਗੱਲਾਂ ਕਰਕੇ। ਕਈ ਐਸੇ ਗੁਰਮੁਖ ਪਿਆਰੇ ਆ, ਉਹਨਾਂ ਦੇ ਚਰਨਾਂ ਦੀ ਧੂੜ ਮੱਥੇ ਨੂੰ ਲੋਕ ਲਾਉਂਦੇ। ਇਸ ਕਰਕੇ ਆ ਵੀ ਧਰਤੀ ਹੈ ਨਾ, ਜਿੱਥੇ ਪਾਤਸ਼ਾਹ ਦੇ ਚਰਨ ਪਏ, ਸੰਗਤਾਂ ਦੇ ਚਰਨ ਪੈਂਦੇ, ਗੁਰਸਿੱਖਾਂ ਨਾਮ ਬਾਣੀ ਵਾਲਿਆਂ ਦੇ ਦਿਨ ਰਾਤ ਨੱਕ ਰਗੜ ਹੁੰਦੇ ਆ। ਉਹ ਵੀ ਇੱਥੇ ਠੇਕੇ ਆ, ਫਿਲਮੇ ਹੈਗੇ ਆ, ਹੋਰ ਕਲੱਬ ਪਾਬੇ, ਉੱਥੇ ਕੀ ਕੁਝ ਹੁੰਦਾ, ਹੱਡਾ ਰੋੜੀਆਂ ਬਣੇ ਪਏ ਆ। ਅੱਜ ਇਹਨੂੰ ਪੈਲਸ ਪੂਲਸ ਕਹਿੰਦੇ, ਕਿਆ ਕੁਛ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਪਾਤਸ਼ਾਹ ਕਹਿੰਦੇ ਆ ਉਹਨਾਂ ਦੇ ਚਰਨ ਸਦਾ ਹੀ ਸੁੱਖ ਦੇਣ ਵਾਲੇ ਹਨ। ਜੋ ਇਸ਼ ਹੈ ਸੋਈ ਫਲ ਪਾਵਹਿ, ਗੁਰੂ ਮਹਾਰਾਜ ਦੇ ਚਰਨਾਂ 'ਚ ਆ ਕੇ ਗੁਰਮਤਿ ਅਨੁਸਾਰ ਜੋ ਕੋਈ ਇੱਛਾ ਕਰਦਾ ਹੈ
ਉਹ ਇੱਛਾ ਨੂੰ ਪੂਰਾ ਕਰ ਲੈਂਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹੈ। ਬਿਰਥੀ ਆਸ ਨਾ ਜਾਈ। ਉਹਨਾਂ ਗੁਰਮੁਖਾਂ ਦੀ ਜਿਹੜੀ ਆਸ ਕੀਤੀ ਹੋਈ ਹੈ ਕਦੇ ਵੀ ਵਿਅਰਥ ਨਹੀਂ ਜਾਂਦੀ ਹੈ। ਰਹਾਉ ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ। ਪ੍ਰਾਣਾਂ ਦਾ ਪਤੀ ਮਾਲਕ ਪਰਮੇਸ਼ਰ ਜਿਨ੍ਹਾਂ ਤੇ ਕਿਰਪਾ ਮਿਹਰ ਕਰ ਦਿੰਦਾ ਹੈ, ਸੋਈ ਸੰਤ ਗੁਣ ਗਾਵੇ। ਉਹੀ ਸੰਤ ਆ, ਉਹੀ ਗੁਣ ਗਾਉਂਦਾ, ਕਿਉਂਕਿ ਉਹਦੀ ਕਿਰਪਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ। ਹੁਣ ਜਿਹੜੇ ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਆਖਰੀ ਸ਼ਬਦ ਕੀ ਹੈ? ਗੁਰ ਪ੍ਰਸਾਦ। ਵੀ ਗੁਰੂ ਦੀ ਪ੍ਰਸਾਦ ਬਿਨਾਂ ਗੱਲ ਨਹੀਂ ਬਣਨੀ। ਲੱਖ ਯਤਨ ਕਰੇ ਜੇ ਕੋਈ, ਗੁਰੂ ਕਿਰਪਾ ਬਿਨ ਸਿੱਧ ਨਾ ਹੋਈ। ਇਸ ਕਰਕੇ ਜਿਹੜਾ ਉਹੀ ਸੰਤ ਹੈ, ਉਹੀ ਗੁਰਮੁਖ ਹੈ, ਜਿਹਦੇ 'ਤੇ ਮਾਲਕ ਕਿਰਪਾ ਕਰਦਾ, ਉਹੀ ਉਹਦੇ ਗੁਣ ਗਾਉਂਦਾ ਹੈ। ਗੁਣ ਗਾਉਣ ਦਾ ਫਲ ਕੀ ਹੈ? ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ ਦੁੱਖ ਫੈਲ। ਨਹੀਂ ਤਾਂ ਹੁਣ ਕਈ ਕਹਿੰਦੇ ਇਹਦਾ ਫਾਇਦਾ ਕੀ ਹੈ? ਨਾਮ ਜਪਣ ਦਾ। ਉਹਨਾਂ ਨੂੰ ਪੁੱਛੋ ਵੀ ਰੋਟੀ ਖਾਣ ਦਾ ਕੀ ਫਾਇਦਾ, ਪਾਣੀ ਪੀਣ ਦਾ? ਰੋਟੀ ਖਾਣ ਨਾਲ ਭੁੱਖ ਮਿਟ ਜੂ, ਪਾਣੀ ਪੀਣ ਨਾਲ ਪਿਆਸ ਬੁੱਝ ਜੂ, ਦਵਾਈ ਖਾਣ ਨਾਲ ਦਰਦ ਹਟ ਜੂ। ਕਹਿੰਦੇ ਐਵੇਂ ਮੂੰਹ ਮਾਰੀ ਜਾਂਦੇ ਆ, ਜਿਹੜੇ ਗੋਲੀ ਖਾਣੇ ਮੂੰਹ ਨਾਲ ਹੀ ਖਾਂਦੇ ਨਾ। ਮੱਥਾ ਦੁਖਦਾ ਹੁੰਦਾ, ਗੋਲੀ ਮੂੰਹ ਨਾਲ ਖਾਧੀ, ਢਿੱਡੇ ਚਲੇ ਗਈ, ਮੱਥਾ ਹਟ ਗਿਆ ਕਿ ਨਹੀਂ ਹਟ ਗਿਆ? ਸਰੀਰ 'ਚ ਕਿਤੇ ਪੀੜ ਹੁੰਦੀ, ਹਟਾਉਣ ਦੀ ਕਿ ਨਹੀਂ? ਇਸੇ ਤਰ੍ਹਾਂ ਜਿਹੜੇ ਸ਼ਬਦ ਵੀ ਅੰਦਰ ਜਾਂਦਾ, ਇਹ ਵੀ ਆਪਣੀ ਬਰਕਤ ਪੈਦਾ ਕਰਦਾ ਹੈ। ਦੀਵਾ ਬਲੇ ਹੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਬਾਣੀ ਵਿੱਚ ਵੀ ਇਹ ਬਰਕਤ ਹੈ। ਪ੍ਰੇਮ ਭਗਤ ਤਾ ਕਾ ਮਨ ਲੀਨਾ। ਉਹਨਾਂ ਦਾ ਮਨ ਹਰ ਵੇਲੇ ਉਹਨਾਂ ਦੀ ਪ੍ਰੇਮਾ ਭਗਤੀ ਦੇ ਵਿੱਚ ਹੀ ਲੀਨ ਰਹਿੰਦਾ ਹੈ। ਪਾਰ ਬ੍ਰਹਮ ਮਨ ਭਾਵੈ। ਉਹ ਗੁਰਮੁਖ ਪਾਰ ਬ੍ਰਹਮ ਪਰਮੇਸ਼ਰ ਨੂੰ ਭਾਜਣ ਦੇ ਲਈ ਬਾਬਾ ਬੁੱਢਾ ਸਾਹਿਬ 125 ਸਾਲ ਤੋਂ ਉੱਪਰ ਉਮਰ ਸੀ ਨਾ, ਮਨ 'ਚ ਇੰਨਾ ਬਰਾਗ ਆਇਆ ਵੀ ਛੇਵੇਂ ਪਾਤਸ਼ਾਹ ਜੀ ਆਪ ਆਉਣ, ਉਹਨਾਂ ਦੀ ਹਾਜ਼ਰੀ 'ਚ ਮੈਂ ਇਹ ਸੱਚਖੰਡ ਜਾਣ ਦੀ ਤਿਆਰੀ ਕਰਾਂ। ਅਤੇ ਬਾਬਾ ਸ੍ਰੀ ਚੰਦ ਜੀ ਵੀ ਨਾਲ ਆਏ ਅਤੇ ਪੁਰਾਣੇ ਗੁਰਸਿੱਖ ਮਹਾਰਾਜ ਗਏ, ਦਰਸ਼ਨ ਬਖਸ਼ੇ। ਉੱਠਣ ਲੱਗਿਆ, ਨਹੀਂ ਬਾਬਾ ਜੀ ਤੁਸੀਂ ਸਤਿਕਾਰਯੋਗ ਪਏ ਰਹੋ। ਅਤੇ ਕਹਿੰਦੇ ਮਹਾਰਾਜ ਮੇਰੀ ਯਾਤਰਾ ਕੋਈ ਭੁੱਲ ਚੁੱਕ। ਕਹਿੰਦੇ ਬਾਬਾ ਜੀ ਇਹ ਕੀ ਗੱਲਾਂ ਕਰਦੇ ਆ, ਤੁਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਧੁਰੋਂ ਬਖਸ਼ੇ ਹੋਏ ਮਹਾਂਪੁਰਖ। ਅਤੇ ਮਹਾਰਾਜ ਦੀ ਹਾਜ਼ਰੀ ਦੇਖੋ, ਚੋਲਾ ਬਦਲਿਆ। ਮਹਾਰਾਜ ਨੇ ਆਪ ਚਿਖਾ ਅੰਗੀਠਾ, ਆਪ ਬਾਬਾ ਜੀ ਦੇ ਇਸ਼ਨਾਨ, ਆਪ ਉਹਨਾਂ ਦੇ ਸਰੀਰ ਨੂੰ ਸੁਭਾਏਮਾਨ ਕੀਤਾ, ਦਿਸ਼ਾਲੇ ਪਾਏ, ਆਪ ਸਾਰੀ ਕਿਰਿਆ ਕੀਤੀ। ਇਸ ਕਰਕੇ ਉਹ ਜਿਹੜੇ ਗੁਰਸਿੱਖ ਜਿਨ੍ਹਾਂ ਨੂੰ ਗੁਰੂ ਘਰ ਦੀ ਘਾਲ ਕੀਤੀ ਹੈ, ਉਹ ਪਾਰ ਬ੍ਰਹਮ ਨੂੰ ਭਾ ਜਾਂਦੇ। ਇਸ ਤਰ੍ਹਾਂ ਦੇ ਬੇਅੰਤ ਗੁਰਸਿੱਖ ਹਨ। ਪਾਠ ਪਹਰ ਹਰ ਕਾ ਜਸ ਰਵਣਾ। ਉਹਨਾਂ ਗੁਰਸਿੱਖਾਂ ਦਾ ਲੱਛਣ ਕੀ ਹੈ? ਅੱਠੋ ਪਹਿਰ ਹਰੀ ਦੇ ਜਸ ਨੂੰ ਰਵਣਾ ਮੈਨੇ ਉਚਾਰਨ ਕਰਦੇ ਹਨ। ਵਿਖੇ ਠਗੌਰੀ ਲਾਥੀ। ਉਹ ਵਿਖੇ ਰੂਪੀ ਜਿਹੜੀ ਠੱਗ ਬੂਟੀ ਆ ਨਾ, ਉਹਨਾਂ 'ਤੇ ਆਪਣਾ ਅਸਰ ਨਹੀਂ ਪਾਉਂਦੀ। ਨਹੀਂ ਤਾਂ ਸਾਰਾ ਸੰਸਾਰ ਨਗਟੀ ਕੋ ਠਨਗਨ ਬਾਂਡਾੜੂ, ਕਿਨੇ ਬਵੇਕੀ ਕਾਟੀ ਤੂੰ, ਸਗਲਿਆਂ ਕੀ ਹੋਂ ਬਹਿਨ ਭਾਣਜੀ ਜਿਨੇ ਬਰੀ ਤੇ ਸਚੇਰੀ। ਉਹਨਾਂ ਦੀ ਤਾਂ ਦਾਸੀ ਬਣ ਜਾਂਦੀ ਹੈ, ਉਹਨਾਂ ਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਜਿਵੇਂ ਸਾਹ ਕਾਗਜ਼ ਨੂੰ ਤੇਲ ਨਾਲ ਭੇ ਦਈਏ ਨਾ, ਪਾਣੀ ਉੱਤੇ ਅਸਰ ਨਹੀਂ ਕਰਦਾ। ਉਹ ਜਿਹੜੇ ਗੁਰਮੁਖ ਪਿਆਰੇ ਹੈ, ਉਹਨਾਂ ਨੂੰ ਮਾਇਆ ਰੂਪੀ ਠੱਗ ਬੂਟੀ ਆਪਣਾ ਪ੍ਰਭਾਵ ਨਹੀਂ ਦਿੰਦੀ। ਧੰਨ ਧੰਨ ਬਾਬਾ ਖੁਦਾ ਸਿੰਘ ਜੀ ਮਹਾਰਾਜ ਕਹਿੰਦੇ, ਮਹਾਰਾਜ ਬਾਣੀ 'ਚ ਲਿਖਿਆ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਵੀ ਅੱਜ ਕੋਈ ਹੈ ਸੰਤ? ਕਹਿੰਦੇ ਕੀ ਗੱਲ ਹੈ, ਗੁਰੂ ਨਾਨਕ ਦਾ ਘਰ ਖਾਲੀ ਹੋ ਗਿਆ? ਪਰੇ ਤੇ ਪਰੇ ਬੈਠੇ ਪੰਥ ਦੇ ਅੰਦਰ। ਕਹਿੰਦੇ ਲਿਆ ਥਾ ਜਿਹੜੀ ਜ਼ਹਿਰ ਆ, ਉਹ ਫਿਰ ਧਤੂਰੇ ਚਾਰੇ ਪ੍ਰਕਾਰ ਦੇ ਸਾਂਖੀਏ ਘੋਟ ਕੇ ਪਿਆਲਾ ਲਿਆ, ਇੱਕ ਰੱਖ ਲਿਆ। ਬਾਬਾ ਜੀ ਨੇ ਪੀ ਲਿਆ, ਨੇ ਪੰਕਤੀਆਂ ਪੜ੍ਹਦੇ, ਲੁੱਡੀਆਂ ਪਾਉਂਦੇ ਆ, ਗੋਡੇ 'ਤੇ ਪਿੰਜਣੀ ਰੱਖੀ ਹੈ। ਕਹਿੰਦੇ ਹਾਲੇ ਤਾਂ ਅਮਲੇ ਨਹੀਂ ਪੜ੍ਹਿਆ, ਲਿਆ ਦੂਜਾ ਵੀ ਪੀ ਲਈਏ। ਉਹ ਦੂਆ ਵੀ ਪੀ ਲਿਆ। ਕਿਉਂਕਿ ਉਹ ਜਿਹੜੇ ਗੁਰਮੁਖ ਪਿਆਰੇ ਜਿਲੇ ਉਹਨਾਂ ਦੀ ਦ੍ਰਿਸ਼ਟੀ ਪੈਂਦੀ ਹੈ, ਜ਼ਹਿਰ ਜ਼ਹਿਰ ਹੀ ਨਹੀਂ ਰਹਿੰਦੀ। ਜਿਵੇਂ ਜ਼ਹਿਰ ਆਮ ਬੰਦਿਆਂ ਲਈ ਹੈ, ਜਿਹੜਾ ਸੰਨਿਆਸੀ ਵੈਦ ਆ, ਉਹ ਸਾਂਖੀ ਦਾ ਕੁਸ਼ਤਾ ਤਿਆਰ ਕਰ ਦਿੰਦਾ। ਆਹ ਜਿਹੜੀ ਕਰੋਨੇ ਕਰਾਨੇ ਬਿਮਾਰੀ ਕੀ ਹੈ? ਵਿਗੜਿਆ ਹੋਇਆ ਨਮੂਨੀਆ ਹੀ ਆ। ਉਹਦੇ ਵਾਸਤੇ ਸਾਂਖੀਆ ਹੀ ਇਲਾਜ ਆ, ਪਰ ਤਿਆਰ ਕਰ ਸਕਦਾ ਸੰਨਿਆਸੀ। ਦੂਏ ਵਾਸਤੇ ਜ਼ਹਿਰ ਹੈ, ਜਿਹੜਾ ਵੈਦ ਆ ਉਹਨੂੰ ਅੰਮ੍ਰਿਤ ਬਣਾ ਦਿੰਦਾ। ਇਸ ਵਾਸਤੇ ਇਹ ਜਿਹੜੀ ਮਾਇਆ, ਇਹ ਠੱਗਣੀ ਉਹਨਾਂ ਲਈ ਹੈ ਜਿਹੜੇ ਉਸ ਤਰ੍ਹਾਂ ਦੇ। ਅਤੇ ਜਿਹੜੇ ਮਹਾਂਪੁਰਖ ਆ, ਉਹਨਾਂ ਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਉਹ ਵੇਖਿਆ ਜਿਹੜੀ ਵਿਕਾਰਾਂ ਦੀ ਠੱਗ ਬੂਟੀ ਹੈ,
ਇਹਦਾ ਪ੍ਰਭਾਵ ਲੈ ਜਾਂਦਾ। ਜਿਵੇਂ ਸੱਪ ਕੱਟਦਾ ਹੈ ਨਾ, ਗਾਰੜੂ ਮੰਤਰ ਪੜ੍ਹਦੀ ਅਤੇ ਜ਼ਹਿਰ ਲੈ ਜਾਂਦੀ ਹੈ। ਨਾ ਕੋਈ ਟੀਕਾ ਲਾਇਆ, ਨਾ ਕੋਈ ਦਵਾਈ ਦਿੱਤੀ, ਹਲਕਿਆ ਕੁੱਤਾ ਕੱਟ ਜਾਂਦਾ, ਮੰਤਰ ਨੇ ਜ਼ਹਿਰ ਉਤਰ ਜਾਂਦੀ। ਅੱਜ ਵੀ ਮੰਤਰ ਉਹ ਹੈਗੇ ਆ, ਕਿਉਂਕਿ ਪਹਿਲਾ ਇਲਾਜ ਮੰਤਰ ਦਾ ਸਤੋਗੁਣੀ ਦੇਵਤਿਆਂ ਦਾ, ਦੂਜਾ ਦਵਾਈ ਬੂਟੀ ਰਜੋਗੁਣੀ ਮਨੁੱਖਾਂ ਦਾ, ਤੀਜਾ ਚੀਰ ਫਾੜ ਜਿਹੜੀ ਆਪਰੇਸ਼ਨ ਪਰੂਸ਼ਨ ਇਹ ਰਾਖਸ਼ੀ ਇਲਾਜ ਹੈ ਅਖੀਰੀ। ਸੋ ਇਸ ਵਾਸਤੇ ਜਿਹੜੇ ਉਹ ਮਹਾਂਪੁਰਖ ਆ ਉਹਨਾਂ ਕੋਲ ਇਹ ਨਾਮ ਰੂਪੀ ਗਾਰੜੂ ਮੰਤਰ ਆ। ਇਹ ਜਿਹੜੇ 5 ਵਿਕਾਰਾਂ ਰੂਪੀ ਸੱਪ ਆ ਇਹਨਾਂ ਦੀ ਜ਼ਹਿਰ ਲੈ ਜਾਂਦੀ ਹੈ। ਸੰਗ ਮਿਲਾਏ ਲਿਆ ਮੇਰਾ ਕਰਤਾ, ਮੇਰੇ ਕਰਤੇ ਪੁਰਖ ਨੇ ਉਹਨਾਂ ਨੂੰ ਆਪਣੇ ਸੰਗ ਸਾਥ ਮਿਲਾ ਲਿਆ। ਜਿਵੇਂ ਭਾਈ ਜੇਤਾ ਨੇ ਸੀਸ ਦੀ ਸੇਵਾ ਕੀਤੀ ਨਾ, ਮਹਾਰਾਜ ਨੇ ਕਲਾ ਵਿੱਚ ਲੈ ਕੇ ਕਿਹਾ ਰਗਰੇਟੇ ਗੁਰੂ ਕੇ ਬੇਟੇ, ਜਿਨ੍ਹਾਂ ਦਾ ਪਰਛਾਵਾਂ ਨਾ ਕੋਈ ਲੈਣ ਨੂੰ ਤਿਆਰ, ਕਹਿੰਦੇ ਤੂੰ ਤਾਂ ਰਘੂਵੰਸ਼ੀ ਗਲ ਲਾ ਲਿਆ। ਇਸ ਵਾਸਤੇ ਕਹਿੰਦੇ ਆ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਹਨ, ਉਹਨਾਂ ਦੀ ਭਿੱਟ ਨਹੀਂ ਚੜ੍ਹਦੀ ਹੈ। ਸੰਤ ਸਾਧ ਭਏ ਸਾਥੀ, ਸੰਤ ਜਿਹਨੇ ਆਪਣਾ ਆਪ ਸ਼ਾਂਤ ਕਰ ਲਿਆ, ਸਾਧ ਜਿਹਨੇ ਆਪਣਾ ਆਪ ਸਾਧ ਲਿਆ, ਉਹ ਗੁਰਮੁਖ ਪਿਆਰੇ ਉਹਨਾਂ ਦੇ ਸਾਥੀ ਮਿੱਤਰ ਬਣ ਜਾਂਦੇ ਹਨ। ਕਰ ਗਏ ਲੀਨੇ ਸਰਬਸ ਦੀਨੇ, ਜਿਨ੍ਹਾਂ ਨੇ ਸਰਬੰਸ ਦਾਨ ਦਿੱਤਾ ਪੰਜਾਂ, ਜਿਵੇਂ 10ਵੇਂ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਨੇ ਸੀਸ ਜ਼ਿਲ੍ਹੇ ਅੰਮ੍ਰਿਤ ਛਕਾਇਆ। ਮਹਾਰਾਜ ਕਹਿੰਦੇ ਮੈਨੂੰ ਵੀ, ਕਹਿੰਦੇ ਮਹਾਰਾਜ ਸੀ ਸੀਸ ਤੁਸੀਂ, ਕਹਿੰਦੇ ਸਰਬੰਸ ਦਾਨ ਦਿਆਂਗਾ। ਅਤੇ ਗੁਰਸਿੱਖਾਂ ਨੇ ਭਾਈ ਮਨੀ ਸਿੰਘ ਦੇ ਪਰਿਵਾਰ ਦੇ 53 ਸ਼ਹੀਦ ਹੋਏ, ਇੱਕੋ ਹੀ ਪਰਿਵਾਰ ਦੇ ਸਰਬੰਸ ਵਾਰ ਦਿੱਤੇ। ਕਰ ਗਏ ਲੀਨੇ, ਅਤੇ ਮਹਾਰਾਜ ਨੇ ਉਹਨਾਂ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਪਕੜ ਲਿਆ, ਭਾਵ ਆਪਣੇ ਬਣਾ ਲਿਆ। ਜਿਹਨੇ ਆਪਣਾ ਸਰਬੰਸ ਦਾਨ ਦਿੱਤਾ ਹੈ ਉਹਨਾਂ ਨੂੰ ਕਦੀ ਜੁਦਾਈ ਮਿਲਦੀ ਹੀ ਨਹੀਂ, ਅਭੇਦ ਰੂਪ ਹੋ ਜਾਂਦੇ ਹਨ। ਆਪ ਹੈ ਆਪ ਮਿਲਾਇਆ, ਆਪਣਿਆਂ ਨੂੰ ਆਪਣੇ ਜਾਣ ਕੇ ਗੁਰੂ ਸਾਹਿਬ ਨੇ ਆਪਣੇ ਨਾਲ ਮਿਲਾ ਲਿਆ। ਹੁਣ 10ਵੇਂ ਪਾਤਸ਼ਾਹ ਦੇ ਜਿੰਨੇ ਦੁਆਲੇ ਸੇਵਾਦਾਰ ਸੀ, ਜਥੇਦਾਰ ਉਦੇ ਸਿੰਘ, ਇਹ ਭਾਈ ਮਨੀ ਸਿੰਘ ਦਾ ਸਾਹਿਬਜ਼ਾਦਾ ਨਾ, ਬਚਿੱਤਰ ਸਿੰਘ, ਜਿਨ੍ਹਾਂ ਦੇ ਸ਼ਾਸਤਰ ਅੱਜ ਵੀ ਤਖਤ ਕੇਸਗੜ੍ਹ 'ਤੇ ਸੁਭਾਏਮਾਨ ਆ। ਅਤੇ ਉੱਧਰ ਭੀਮ ਚੰਦ ਕਹਿੰਦੇ ਕੋਈ ਹੈ ਜਿਹੜਾ ਜੀਂਦਾ ਫੜ ਕੇ ਸੀਸ ਲਿਆਏ, ਅਤੇ ਕੇਸਰੀ ਚੰਦ। ਅਤੇ ਉਸੇ ਵੇਲੇ ਲੈ ਇੰਨੇ ਤੇਜ਼ ਤਰਾਰ ਉਦੇ ਸਿੰਘ ਹੈ, ਘੋੜਾ ਲੈ ਕੇ ਹਾਲੇ ਉਹ ਪਰਨ ਕਰਦਾ ਹੀ ਸੀ, ਅਤੇ ਸੀਸ ਕੱਟ ਕੇ ਕਿਰਪਾਨਾਂ ਜਿਹੜਾ ਕਲਪਾ ਵਰਛਾ ਜੀ ਦੇ ਨੇ ਤਰਵੈਣੀ ਪੈਦਾ ਕੀਤੀ ਗੁਰੂ ਕੇ ਲਾਹੌਰ, ਉੱਤੇ ਟਾਂਕੇ ਲਾਇਆ। ਆ ਮਹਾਰਾਜ ਕੇਸਰੀ ਚੰਦ ਜਿਹੜਾ ਤੁਹਾਡੇ ਸੀਸ ਦੇ ਤੁਹਾਨੂੰ ਫੜਨ ਦੇ ਸੁਪਨੇ ਲੈਂਦਾ ਸੀ, ਇਹ ਭਾਈ ਮਨੀ ਸਿੰਘ ਦਾ ਪੁੱਤਰ ਸੀ। ਪਰ ਅਸੀਂ ਤਾਂ ਭੁੱਲਦੇ ਜਾ ਰਹੇ ਹਾਂ ਇਹਨਾਂ ਲੋਕਾਂ ਨੂੰ। ਸਾਡੀ ਪੂਜਾ ਤੋਂ ਹੁਣ ਜਿਹੜਾ ਮਹਾਰਾਜ ਨੇ ਗੋਰੰਬੜੀ ਮੱਠ ਭੂਲ ਨਾ ਮੰਨੇ, ਖਾਲਸਾ ਤਾਹੇ ਨਿਖਾਲਸ ਮੰਨੇ। ਅਤੇ ਮਾਈਆਂ ਸਾਡੀਆਂ ਜੋਮੇ ਵਾਲਾ ਬਾਰ ਨਹੀਂ ਭੁੱਲਦੀਆਂ, ਸ਼ੀਸ਼ੀ ਫੜੀ, ਬੱਤੀ ਲੈ ਲਈ, ਹਾਂਜੀ ਦੀਵੇ ਬਾਲਣ ਜਾਂਦੀਆਂ। ਅਤੇ ਗੁਰੂ ਨਾਨਕ ਦੇ ਘਰ 'ਚੋਂ ਤਾਂ ਐਂ ਆ ਵੀ ਹੁਣ ਕੁਛ ਰਿਹਾ ਹੀ ਨਹੀਂ, ਕਿਸ ਤਰ੍ਹਾਂ ਲੋਕ ਤੁਰ ਪਏ। ਪਰ ਜਿਹੜੇ ਗੁਰਮੁਖ ਪਿਆਰੇ ਹੈ ਉਹ ਦ੍ਰਿੜਤਾ ਦੇ ਨਾਲ, ਕਬੀਰ ਸਾਹਿਬ ਦਾ ਸਲੋਕ ਚੇਤੇ ਰੱਖਿਓ, ਕਬੀਰ ਸਮੁੰਦ ਨਾ ਛਾੜੀਆ ਜੋ ਤਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਈ। ਸਮੁੰਦਰ ਭਾਵੇਂ ਖਾਰਾ ਆ ਪਰ 14 ਰਤਨ ਨਿਕਲਦੇ ਆ। ਛੱਪੜਾਂ 'ਚੋਂ ਕੀ ਮਿਲੇਗਾ? ਗੰਦ ਜਾਲਾ, ਗੰਦੇ ਜਰਾਸੀਮ, ਬਿਮਾਰੀਆਂ, ਬਦਬੋ ਮਿਲੇਗਾ। ਗੁਰੂ ਘਰ ਦਾ ਕਦੇ ਤਿਆਗ ਨਹੀਂ ਕਰਨਾ। ਪਾਤਸ਼ਾਹ ਕਹਿੰਦੇ ਉਹਨਾਂ ਨੇ ਆਪਣਾ ਆਪ ਬਾਰ ਦਿੱਤਾ, ਉਹਨਾਂ ਨੂੰ ਮਹਾਰਾਜ ਨੇ ਆਪਣੇ ਨਾਲ ਮਿਲਾ ਲਿਆ, ਅਤੇ ਉਹਨਾਂ ਦੇ ਸੰਤ ਸਾਧ ਸਾਥੀ ਬਣ ਗਏ ਹਨ। ਹਾਂਜੀ, ਕਹੋ ਨਾਨਕ ਸਰਬ ਥੋਕ ਪੂਰਨ, ਕਹਿੰਦੇ ਉਹ ਸਾਰੇ ਥੋਕ ਪਦਾਰਥਾਂ ਨੂੰ ਦੇਣ ਵਾਲਾ ਪੂਰਨ ਪਰਮੇਸ਼ਰ ਹੈ। ਅਤੇ ਜਿਹਦੀ ਇੱਛਾ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਦੇ ਘਰੋਂ ਪੂਰੀ ਨਹੀਂ ਹੋਈ, ਉਹਦੀ ਭੁੱਖ ਮਿਟਣੀ ਵੀ ਕਿਤੇ ਨਹੀਂ। ਇਸ ਘਰ ਇਹਦਾ ਪੂਰੇ ਦਾ ਘਰ ਹੈ ਨਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਇੱਕ ਬੀਬੀ ਹੁੰਦੀ ਸੀ, ਉਹ ਸੱਸ ਨੇ ਬੜਾ ਲੜਨਾ, ਹਰ ਵੇਲੇ ਗੁਰੂ ਗ੍ਰੰਥ ਕਰਦੀ ਹੈ, ਅਤੇ ਤੂੰ ਆਪਣੇ ਘਰ ਵਾਲਾ ਤਾਂ ਰਾਜੀ ਹੁੰਦਾ ਨਹੀਂ। ਉਹ ਕਹਿੰਦੇ ਮਾਤਾ ਜੀ ਇਉਂ ਨਹੀਂ ਕਹੀਦਾ, ਪਰ ਉਹ ਜਿਹਨੂੰ ਫਿਟਕ ਪਈ ਹੋਵੇ ਨਹੀਂ ਹਟ ਹੁੰਦਾ। ਉਹ ਕੁਦਰਤੀ ਗੁਆਂਢੀਆਂ ਨੇ ਆਪਣੀ ਕੋਠੀ ਦੇ ਵਿੱਚ ਰੋਗਨ ਕਰਾਉਣਾ ਸੀ। ਉਹ ਕਹਿਣ ਲੱਗੇ ਵੀ ਬੀਬੀ ਜੀ ਤੁਹਾਨੂੰ ਬਾਣੀ ਨਾਲ ਬੜਾ ਪਿਆਰ ਆ, ਵੀ ਜੇ ਕੁਝ ਦਿਨ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਤੁਸੀਂ ਆਪਣੇ ਘਰ 'ਚ ਕਰ ਲਓ ਅਤੇ ਅਸੀਂ ਰੰਗ ਕਰਾ ਲੈਂਦੇ ਹਾਂ। ਉਹ ਕਹਿੰਦੇ ਧੰਨ ਪਾ ਕੇ ਵੀ ਮਹਾਰਾਜ ਮੇਰੇ ਆਪ ਆ ਰਹੇ ਆ। ਉਹ ਸੱਸ ਨੂੰ ਕਹਿੰਦੇ ਲੈ ਤੂੰ ਗੁਰੂ ਗ੍ਰੰਥ ਮਿਹਣੇ ਮਾਰਦੀ ਸੀ, ਮਹਾਰਾਜ ਆਪੇ ਹੀ ਆ ਗਏ। ਉਹ ਘਰ ਵਾਲੇ ਨੂੰ ਕਹਿੰਦੀ ਵੀ ਮੈਂ ਨਾ ਸੰਥਿਆ ਕੀਤੀ ਹੈ, ਸ਼ੁੱਧ ਪਾਠ ਕੀਤਾ, ਪਾਠ ਕਰਿਆ ਕਰੂੰ, ਤੂੰ ਬਹਿ ਹੁੰਦਾ ਬਹਿ ਜਾ, ਲੇਟ ਹੁੰਦਾ ਲਿਟ ਲਾ, ਅਤੇ ਜਿੰਨਾ ਚਿਰ ਤੇਰਾ ਮਨ ਮਨੇ ਮੈਂ ਉਨਾ ਹੀ ਪਾਠ ਕਰੂੰ। ਉਹ ਜੀ ਮੌਕਾ ਮਿਲ ਗਿਆ ਇਸ ਬਹਾਨੇ
पूरा पाठ किया। अज होर कल तो बिल्कुल नौबरनो हो गया। कहते माता हैगा गुरु ग्रंथ कि नहीं? हैगा गुरु ग्रंथ, ਇਹਦਾ हाजिर है प्रतख बाणी। महाराज कहते सर्व थोक सारे पदार्थ देण लई पूर्ण है। पूरा सतगुर पाया। पूरा सतगुर पा लिया। हुण भाई अदली जी सी ना, बाबा बिधि चंद जिस वेले कोई संगत के प्रभाव ਨਾਲ उधर चल गया। ये नहीं हुंदा भी माड़े बंदे, कई बार चंगे बंदे भी कोई संगत के प्रभाव ਨਾਲ चले जाते। पर जो महाराज ने जिन्होंने जिथे रखना उत्थे रखना। वो मझां भी महाराज आयों वो कहते इत्थे बाड़ दे, बाड़ मगर आई महाराज आ पैड़ आउंदी। कहते भी आ तो सारी संगत बैठी गुरु नानक की, पछाण लो। पछाण ना होई, भाई बिधि चंद महाराज हुण किरपा करो। कहते चल धन गुरु अर्जन साहब के चरणों च। भाई अदली जी की संगत द्वारा धन गुरु अर्जन साहब के चरणों च आए, सेवा की। इधर भी फिर छेवें दी ते किड्डे बार ले लै बिधि चंद छीना गुरु का सीना बन गया। वो महापुरख बाबा अदली जी द्वारा देख लो जुड़े इस करन। महापुरखों की किरपा दे नाल ये बख्शिशां मिलदियां। इस करके पूरन द्वारा पूरा सतगुर, जिहड़ा पूरा साधु हो वही पूरे नाल जुड़ू, जिहड़े अधूरे आ तो फिर अपने वाल नूं खिच्चदे न। इस करके पूरा सतगुर पाया। ये सतसंगियो धन धन साहिब श्री गुरु अर्जन देव जी महाराज जी दे पावन पवित्र स्थान हरमंदर साहब दरबार साहब दीवान हाल विच धन गुरु ग्रंथ साहब महाराज दे पावन गुर शब्द की विचार जो लड़ीवार चल रही है। ज्ञानी जी ने बड़े प्यार दे नाल पाठ किया है। आप सारिਆਂ ने विचारां सरवण कीतियां हन। गाए बगाए रोज़ ही सुनते ही रहने हैं। तो महाराज सच्चे पातशाह मेहर करन आई संगत की हाज़री दर प्रवान करन। सब नूं नामदान सिੱਖੀ दान भरोसा तंदुरुस्ती बख्शिश करन। प्रबंधकों का संगतां का समूह सेवादारां का ज्ञानी जी का आई सारी संगत का बहुत बहुत धन्यवाद। महाराज किरपा करन। खालसा पंथ विच एकता इतफाक प्यार चढ़दी कला बख्शिश करन। वध तो वध संगतां नशे पत्ते छड्ड के खंडेवाल अंमृत छक के गुरु वाले बनो। महाराज दी आशीर्वाद प्राप्त करो। फिर ज्ञानी जी का बहुत धन्यवाद है। इन्होंने बड़ा उद्यम किया कि महाराज के चरणों च हाज़री भराई है। धन गुरु नानक साहब के चरणों च तो महाराज किरपा करते ही रहते हैं। किते किते केसगढ़ भी महाराज मेहर कर देंगे जदों जाइए। तो धन गुरु अर्जन साहब ने पातशाह जी ने भी अज महाराज ने आप किरपा की है सच्चे पातशाह का। और महाराज किरपा करनी इस तरह हिरदे नाम बाणी का प्रवेश होवे, गुरसिੱਖੀ जीवन मिले। वाहिगुरू जी का खालसा वाहिगुरू जी की फतेह।